ਕੱਲ ਤੁਹਾਡੀ ਪ੍ਰੈਸ ਕਾਨਫਰੰਸ ਦੇ ਵਿੱਚ ਕੁਝ ਹੁੱਲੜਬਾਜ਼ੀ ਜਿਹੜੀ ਆ ਉਹ ਦੇਖਣ ਨੂੰ ਮਿਲੀ। ਰਿਲਾਇੰਸ ਪੰਪਾਂ ਵਾਲਿਆਂ ਨੇ ਆ ਕੇ ਜੋ ਕੁਝ ਕੀਤਾ ਉਸ ਤੋਂ ਬਾਅਦ ਤੁਹਾਨੂੰ ਫੈਸਲਾ ਜਿਹੜਾ ਉਹ ਬਦਲਣਾ ਵੀ ਪਿਆ ਰਿਲਾਇੰਸ ਪੰਪਾਂ ਨੂੰ ਲੈ ਕੇ। ਉਹ ਕੀ ਕੁਝ ਅੱਗੇ ਦੀ ਰਣਨੀਤੀ ਕਿਸ ਤਰ੍ਹਾਂ ਦੀ ਬਣਾਈ ਹੈ, ਦਿੱਲੀ ਕਿੱਦਾਂ ਜਾਣਾ ਹੈ, ਕਿਸ ਤਰ੍ਹਾਂ ਕੂਚ ਕਰਨਾ, ਉੱਥੇ ਜਾ ਕੇ ਕੀ ਕੁਝ ਕਰਨਾ। ਬਿਕਰਮ ਮਜੀਠੀਆ ਨੇ ਕਿਸੇ ਅਖਬਾਰ 'ਚ ਕਿਹਾ ਹੋਇਆ ਕਿ ਜੀ ਇਹ ਤਾਂ ਕਿਸਾਨਾਂ ਦੇ ਸੰਘਰਸ਼ ਨੂੰ ਖੁੰਡਾ ਕਰੂਗਾ। ਜੇ ਖੁੰਡਾ ਕਰੂਗਾ ਫਿਰ ਤੁਸੀਂ ਉੱਥੇ ਵੋਟ ਕਿਉਂ ਦੇਤੀ? ਇਹਦਾ ਮਤਲਬ ਤੁਸੀਂ ਸਾਡੇ ਸੰਘਰਸ਼ ਨੂੰ ਖੁੰਡਾ ਕਰਨਾ ਚਾਹੁੰਦੇ ਸੀ। ਰਾਜੇਵਾਲ ਸਾਹਿਬ ਕੱਲ ਕਹਿ ਰਹੇ ਸੀ ਪ੍ਰੈਸ ਕਾਨਫਰੰਸ ਕਿ ਟੁੱਟੇ ਭੱਜੇ ਬਿੱਲ ਜਿਹੜੇ ਨੇ ਪੰਜਾਬ ਸਰਕਾਰ ਨੇ ਪਾਸ ਕੀਤੇ। ਟੁੱਟੇ ਭੱਜੇ ਬਿੱਲ ਕਿਹੜੇ ਨੇ? ਅਸੀਂ ਦੁਬਾਰੇ ਵੀ ਉਹਨਾਂ ਨੂੰ ਇੱਕ ਦਬਕਾ ਮਾਰਤਾ, ਚੁਣੌਤੀ ਦੇਤੀ ਵੀ ਅਸੀਂ ਤੁਹਾਡੇ ਵੀ ਜਿਹੜੇ ਜੇ ਤੁਸੀਂ ਹਫ਼ਤਾ ਹੋਰ 'ਚ ਨਹੀਂ ਕਰੋਗੇ ਤਾਂ ਅਸੀਂ ਤੁਹਾਡੇ ਵੀ ਜਿਹੜੇ ਚੁਣੇ ਹੋਏ ਨੁਮਾਇੰਦੇ ਨੇ ਉਹਨਾਂ ਦਾ ਵੀ ਉਹੀ ਹਸ਼ਰ ਕਰਾਂਗੇ ਜੋ ਅਸੀਂ ਬੀਜੇਪੀ ਵਾਲਿਆਂ ਤੇ ਅਕਾਲੀਆਂ ਦਾ ਕਰ ਰਹੇ ਹਾਂ। ਤੇ ਜਿਹੜੇ ਬਿੱਲ ਲਿਆਂਦੇ ਗਏ ਨੇ ਉਹ ਬਿੱਲ ਕੀ ਨੇ? ਮੈਂ ਚਾਹੁੰਦਾ ਤੁਸੀਂ ਉਹ ਵੀ ਦੱਸ ਦਿਓ ਤਫਸੀਲ ਵਿੱਚ ਕਿ ਬਿੱਲ ਕੀ ਨੇ ਤੇ ਉਸ ਤੋਂ ਬਾਅਦ ਉਹਦੀ ਵਿਰੋਧਤਾ ਕਿਸ ਤਰੀਕੇ ਨਾਲ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਰਾਸ਼ਟਰਪਤੀ ਨੇ ਇਹਨਾਂ ਬਿੱਲਾਂ ਨੂੰ ਅਲਟੀਮੇਟਲੀ ਐਕਟ ਦੇ ਵਿੱਚ ਕਨਵਰਟ ਕਰਨਾ ਹੈ। ਰਾਸ਼ਟਰਪਤੀ ਵਿਦਆਊਟ ਪਾਰਲੀਮੈਂਟ ਦੀ ਸਲਾਹ ਤੋਂ ਬਗੈਰ, ਸੈਂਟਰਲ ਕੈਬਨਿਟ ਦੀ ਸਲਾਹ ਤੋਂ ਬਗੈਰ ਨਹੀਂ ਕਰਨਗੇ। ਡਾਕਟਰ ਸਾਹਿਬ ਇੱਕ ਦੱਸਿਓ ਕਿ ਖੇਤੀ ਬਿੱਲ ਜਿਹੜੇ ਪੰਜਾਬ ਸਰਕਾਰ ਨੇ ਲਿਆਂਦੇ ਨੇ ਉਹਦੇ ਵਿੱਚ ਐਮਐਸਪੀ ਨੂੰ ਲੈ ਕੇ ਇਸ ਗੱਲ ਦਾ ਸ਼ੰਕਾ ਜਤਾਇਆ ਜਾ ਰਿਹਾ ਕਿ ਬਾਕੀ ਫਸਲਾਂ ਦੀ ਗੱਲ ਕਿਉਂ ਨਹੀਂ ਕੀਤੀ, ਕਣਕ ਤੇ ਝੋਨੇ ਦੀ ਗੱਲ ਹੀ ਕਿਉਂ ਕੀਤੀ? ਇਹ ਗੱਲ ਬੜੀ ਪੱਕੀ ਹੈ ਕਿ ਐਸਡੀਐਮ ਤਾਂ ਉਹਨਾਂ ਤੋਂ ਵੀ ਵੀਕ ਨੇ। ਐਸਡੀਐਮ ਨੂੰ ਤਾਂ ਇੱਕ ਮਾੜੀ ਬਦਲੀ ਦਾ ਡਰ ਹੋ ਜੇ ਤਾਂ ਉਹਦਾ ਕੋਈ ਪਤਾ ਨਹੀਂ ਕੀ ਕਰ ਦੂਗਾ। ਦਿੱਲੀ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਹੁਣ ਦਿੱਲੀ 'ਚ ਵਿਧਾਨ ਸਭਾ ਸੱਦੋ। ਕੇਜਰੀਵਾਲ ਸਾਹਿਬ ਪੰਜਾਬ ਦੇ ਮਾਡਲ ਦੀ ਗੱਲ ਕਰਦੇ ਰਹੇ ਕਿ ਅਸੀਂ ਦਿੱਲੀ ਦਾ ਮਾਡਲ ਜਿਹੜਾ ਉਹ ਪੰਜਾਬ 'ਚ ਮਾਡਲ ਬਣਾ ਦਾਂਗੇ ਉਹੋ ਜਿਹਾ। ਤੇ ਇਹੋ ਜਿਹਾ ਫੈਸਲਾ ਦਿੱਲੀ ਦੀ ਵਿਧਾਨ ਸਭਾ ਜੇ ਲੈ ਲੈਂਦੇ ਨੇ ਜਾਂ ਨਹੀਂ ਲੈਂਦੇ, ਕੀ ਅਸਰ ਰਹੇਗਾ ਉਹਦੇ 'ਤੇ? ਜੇ ਦਿੱਲੀ ਦੇ ਵਿੱਚ ਇਲਾਜ ਇੰਨਾ ਵਧੀਆ ਮਿਲ ਸਕਦਾ, ਪੰਜਾਬ 'ਚ ਕਿਉਂ ਨਹੀਂ ਹੋ ਸਕਦਾ? ਸਤਿ ਸ਼੍ਰੀ ਅਕਾਲ, ਤੁਸੀਂ ਲੋਕਰਾਜ ਚੈਨਲ ਪੰਜਾਬੀ ਦੇਖ ਰਹੇ ਹੋ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਪੰਜਾਬ ਕੈਬਨਿਟ ਦੇ ਵਿੱਚ ਜੋ ਮਤਾ ਪਾਸ ਹੋਇਆ ਖੇਤੀ ਕਾਨੂੰਨਾਂ ਦੇ ਖਿਲਾਫ ਤੇ ਬਿੱਲ ਪਾਸ ਹੋਏ ਨੇ ਉਸ ਨੂੰ ਲੈ ਕੇ ਕਿਸਾਨਾਂ ਦੇ ਵਿੱਚ ਚਰਚਾਵਾਂ ਚੱਲ ਰਹੀਆਂ ਕਿ ਆਖਿਰਕਾਰ ਸਰਕਾਰ ਨੇ ਕੀਤਾ ਕੀ ਹੈ। ਜਦੋਂ ਕਿਸਾਨਾਂ ਨੂੰ ਇਸ ਗੱਲ ਉੱਤੇ ਜਵਾਬ ਪੁੱਛਿਆ ਜਾਂਦਾ ਹੈ ਤਾਂ ਕਿਤੇ ਨਾ ਕਿਤੇ ਜਿਹੜੀ ਆਵਾਜ਼ ਹੈ ਉਹ ਇਹ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਏਕਾ ਰੱਖਣਾ ਜਿਹੜਾ ਜ਼ਰੂਰੀ ਹੈ, ਪਰ ਇਹ ਬਿੱਲ ਜਿਹੜੇ ਨੇ ਉਹ ਟੁੱਟੇ ਭੱਜੇ ਨੇ। ਟੁੱਟੇ ਭੱਜੇ ਕਿਉਂ ਨੇ, ਇਸ ਉੱਤੇ ਅਸੀਂ ਗੱਲਬਾਤ ਕਰਾਂਗੇ। ਕਿਸਾਨਾਂ ਦੀ ਅੱਗੇ ਦੀ ਰਣਨੀਤੀ ਕੀ ਹੈ? ਸਾਡੇ ਨਾਲ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਡਾਕਟਰ ਦਰਸ਼ਨਪਾਲ ਮੌਜੂਦ ਨੇ। ਡਾਕਟਰ ਸਾਹਿਬ, ਜਿਵੇਂ ਕਿ ਮੈਂ ਦੱਸਿਆ, ਰਾਜੇਵਾਲ ਸਾਹਿਬ ਕੱਲ ਕਹਿ ਰਹੇ ਸੀ ਪ੍ਰੈਸ ਕਾਨਫਰੰਸ ਕਿ ਟੁੱਟੇ ਭੱਜੇ ਬਿੱਲ ਜਿਹੜੇ ਨੇ ਪੰਜਾਬ ਸਰਕਾਰ ਨੇ ਪਾਸ ਕੀਤੇ। ਟੁੱਟੇ ਭੱਜੇ ਬਿੱਲ ਕਿਹੜੇ ਨੇ? ਦੇਖੋ, ਅਗਰ ਤੱਤ ਰੂਪ 'ਚ ਦੇਖਿਆ ਜਾਵੇ ਤਾਂ ਜੋ ਬਿੱਲ ਲੈ ਕੇ ਆਈ ਹੈ ਪੰਜਾਬ ਸਰਕਾਰ, ਉਹ ਬਿੱਲ ਉਹ ਜਿੰਨੀ ਵੱਡੀ ਮੂਵਮੈਂਟ ਪੰਜਾਬ 'ਚ ਹੋ ਗਈ, ਜਿੰਨੇ ਲੋਕ ਉਹ 'ਚ ਇਨਵੋਲਵ ਹੋ ਗਏ, ਜਿੰਨੀਆਂ ਧਰੁਵੀਕਰਨ ਹੋ ਗਿਆ, ਜਿੰਨੇ ਸਮੀਕਰਨ ਬਦਲਣ ਦੇ ਵਿੱਚ ਜਿੰਨਾ ਪ੍ਰੈਸ਼ਰ ਪੰਜਾਬ ਅਸੈਂਬਲੀ 'ਤੇ ਪੈ ਗਿਆ, ਉਹਨਾਂ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਦਿੱਤਾ ਗਿਆ ਇਹ ਚੁਣੌਤੀ ਸੀ ਜਿਹੜੀ ਵੀ ਤੁਸੀਂ ਅਸੈਂਬਲੀ ਸੈਸ਼ਨ ਬੁਲਾ ਕੇ ਇਹਨਾਂ ਬਿੱਲਾਂ ਦੇ ਬਾਰੇ ਕੁਛ ਨਾ ਕੁਛ ਕਰੋ। ਬਿੱਲਾਂ ਨੂੰ ਰੱਦ, ਜਿਹੜੇ ਐਕਟ ਆਏ ਨੇ ਕੇਂਦਰ ਸਰਕਾਰ ਦੇ ਕਾਨੂੰਨ ਨੇ, ਉਹਨਾਂ ਬਾਰੇ ਫੈਸਲਾ ਕਰੋ, ਉਹਨਾਂ ਨੂੰ ਰੱਦ ਕਰੋ। ਇਹ 29 ਤਰੀਕ ਨੂੰ ਹੀ ਅਸੀਂ ਜਦੋਂ ਅਮਰਿੰਦਰ ਸਿੰਘ ਹੋਰਾਂ ਨੂੰ ਮਿਲੇ ਹਾਂ, ਅਮਰਿੰਦਰ ਸਿੰਘ ਹੋਰਾਂ ਨਾਲ ਉਸ ਬੈਠਕ ਦੇ ਵਿੱਚ ਉਹਨਾਂ ਨੇ ਸਾਡੇ ਨਾਲ ਕਮਿਟ ਕੀਤਾ ਸੀ ਕਿ ਇੱਕ ਹਫ਼ਤੇ ਦੇ ਅੰਦਰ ਅੰਦਰ ਅਸੀਂ ਅਸੈਂਬਲੀ ਸੈਸ਼ਨ ਬੁਲਾਵਾਂਗੇ ਤੇ ਜਿਹੜੇ ਅਸੀਂ ਇਹਦੇ 'ਤੇ ਕੁਛ ਨਾ ਕੁਛ ਫੈਸਲਾ ਕਰਾਂਗੇ। ਉਹਨਾਂ ਨੇ ਨਹੀਂ ਬੁਲਾਇਆ। ਅਸੀਂ ਦੁਬਾਰੇ ਵੀ ਉਹਨਾਂ ਨੂੰ ਇੱਕ ਦਬਕਾ ਮਾਰਤਾ, ਚੁਣੌਤੀ ਦੇਤੀ ਵੀ ਅਸੀਂ ਤੁਹਾਡੇ ਵੀ ਜਿਹੜੇ ਜੇ ਤੁਸੀਂ ਹਫ਼ਤਾ ਹੋਰ 'ਚ ਨਹੀਂ ਕਰੋਗੇ ਤਾਂ ਅਸੀਂ ਤੁਹਾਡੇ ਵੀ ਜਿਹੜੇ ਚੁਣੇ ਹੋਏ ਨੁਮਾਇੰਦੇ ਨੇ ਉਹਨਾਂ ਦਾ ਵੀ ਉਹੀ ਹਸ਼ਰ ਕਰਾਂਗੇ ਜੋ ਅਸੀਂ ਬੀਜੇਪੀ ਵਾਲਿਆਂ ਤੇ ਅਕਾਲੀਆਂ ਦਾ ਕਰ ਰਹੇ ਹਾਂ। ਚਲੋ, ਉਹਨਾਂ ਨੇ ਫਿਰ ਜਦੋਂ 19 ਤਰੀਕ ਦਾ ਅਸੈਂਬਲੀ ਦਾ ਇਜਲਾਸ ਬੁਲਾ ਲਿਆ। 14 ਤਰੀਕ ਨੂੰ ਅਸੀਂ ਦਿੱਲੀ ਚਲੇ ਗਏ ਸੀ। ਜਦੋਂ ਉਹਨਾਂ ਨੂੰ 14 ਤਰੀਕ ਨੂੰ ਸਾਨੂੰ ਪਤਾ ਅਸੈਂਬਲੀ ਦਾ ਇਜਲਾਸ ਬੁਲਾਇਆ ਤਾਂ ਸਾਨੂੰ ਇੱਕ ਪੋਜ਼ੀਟਿਵ ਗੱਲ ਇਹ ਲੱਗੀ ਕਿ ਚਲੋ ਠੀਕ ਹੈ, ਅਸੈਂਬਲੀ ਦਾ ਇਜਲਾਸ ਬੁਲਾ ਕੇ ਉਹਨਾਂ ਕਾਨੂੰਨਾਂ ਦੇ ਬਾਰੇ ਪੰਜਾਬ ਸਰਕਾਰ ਕੁਛ ਨਾ ਕੁਛ ਫੈਸਲਾ ਕਰਨ ਜਾ ਰਹੀ ਹੈ। ਸਾਨੂੰ ਲੱਗਦਾ ਕਿ ਇਹ ਜਿਹੜੀਆਂ ਸਾਡੇ ਸੰਘਰਸ਼ਾਂ ਨੇ ਇੱਥੋਂ ਤੱਕ ਚੀਜ਼ਾਂ ਲੈ ਆਉਂਦੀਆਂ ਕਿ ਉਸ ਸੰਘਰਸ਼ਾਂ ਦੇ ਰਾਹੀਂ ਸਿਆਸੀ ਸਮੀਕਰਨ ਇੰਨੇ ਬਦਲ ਗਏ। ਸਿਆਸੀ ਸਮੀਕਰਨ ਬਦਲ ਕੇ ਪੰਜਾਬ ਦੀਆਂ ਤਕਰੀਬਨ ਬੀਜੇਪੀ ਨੂੰ ਛੱਡ ਕੇ ਸਾਰੀਆਂ ਜਿਹੜੀਆਂ ਫੋਰਸਿਸ ਨੇ, ਪੋਲੀਟੀਕਲ, ਸੋਸ਼ਲ, ਵਿਅਕਤੀ, ਬੁੱਧੀਜੀਵੀ, ਸਾਰੇ ਜਿਹੜੇ ਨੇ ਕਿਸਾਨਾਂ ਦੇ ਪੱਖ 'ਚ ਖਲੋ ਗਏ। ਤਾਂ ਅਲਟੀਮੇਟਲੀ ਇੱਕ ਸਮਾਂ ਇਹ ਆ ਗਿਆ ਕਿ ਪੋਲੀਟੀਕਲ ਪਾਰਟੀਆਂ ਨੂੰ ਵੀ ਸਾਂਝੇ ਤੌਰ 'ਤੇ ਅਸੈਂਬਲੀ ਦੇ ਵਿੱਚ ਇੱਕ ਬਿੱਲ, ਬਲਕਿ ਬਿੱਲਾਂ ਦੇ ਉੱਤੇ ਸਾਂਝਾ ਖੜਨਾ ਪੈ ਗਿਆ। ਇਹ ਜਿਹੜੇ ਬਿੱਲ ਆਏ, ਹੁਣ ਤੁਹਾਡਾ ਸਵਾਲ ਹੈ ਕਿ ਜਿਹੜੇ ਬਿੱਲ ਆਏ ਨੇ, ਰਾਜੇਵਾਲ ਸਾਹਿਬ ਨੇ ਕਿਹਾ ਟੁੱਟੇ ਭੱਜੇ ਨੇ। ਨੋ ਡਾਊਟ ਟੁੱਟੇ ਭੱਜੇ ਮੈਂ ਇਸ ਕਰਕੇ ਵੀ ਕਹਿ ਸਕਦਾ ਹਾਂ ਕਿ ਇਹ ਬਿੱਲਾਂ ਨੂੰ ਕੇਂਦਰ ਸਰਕਾਰ ਨੇ ਕਿਤੇ ਨੇੜੇ ਨਹੀਂ ਲੱਗਣਾ, ਉਸ ਪ੍ਰਸੰਗ 'ਚ ਕਹਿਣਾ ਚਾਹੁੰਦਾ ਮੈਂ। ਲੇਕਿਨ ਇਹਦੇ ਵਿੱਚ ਕੁਝ ਮਸਲੇ ਇਸ ਕਿਸਮ ਦੇ ਡੀਲ ਕੀਤੇ ਗਏ ਨੇ,
ਕੇਂਦਰ ਸਰਕਾਰ ਨੇ ਇਹਨਾਂ ਨੂੰ ਨੇੜੇ ਨਹੀਂ ਲੱਗਣ ਦੇਣਾ। ਉਹਦਾ ਭਾਵ ਇਹ ਹੈ ਕਿ ਗਵਰਨਰ ਸਾਹਿਬ ਉਹਨਾਂ ਦੇ ਨੇ, ਰਾਸ਼ਟਰਪਤੀ ਨੇ ਇਹਨਾਂ ਬਿੱਲਾਂ ਨੂੰ ਅਲਟੀਮੇਟਲੀ ਐਕਟ ਦੇ ਵਿੱਚ ਕਨਵਰਟ ਕਰਨਾ ਹੈ। ਰਾਸ਼ਟਰਪਤੀ ਵਿਦਆਊਟ ਪਾਰਲੀਮੈਂਟ ਦੀ ਸਲਾਹ ਤੋਂ ਬਗੈਰ, ਸੈਂਟਰਲ ਕੈਬਨਿਟ ਦੀ ਸਲਾਹ ਤੋਂ ਬਗੈਰ ਨਹੀਂ ਕਰਨਗੇ। ਸੋ ਅਲਟੀਮੇਟਲੀ ਜੋ ਲੀਗਲ ਐਕਸਪਰਟਸ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਇਹ ਬਿੱਲ ਨੇ ਜਿਹੜੇ ਇਹਨਾਂ ਨੂੰ ਕਾਨੂੰਨ ਦਾ ਰੂਪ ਲੈਣ ਵਾਸਤੇ ਬਹੁਤ ਮੁਸ਼ਕਿਲ ਹੈ। 99.99% ਇਹ ਸੰਭਵ ਨਹੀਂ ਹੈ ਜੀ। ਤੇ ਜਿਹੜੇ ਬਿੱਲ ਲਿਆਂਦੇ ਗਏ ਨੇ ਉਹ ਬਿੱਲ ਕੀ ਨੇ? ਮੈਂ ਚਾਹੁੰਦਾ ਤੁਸੀਂ ਉਹ ਵੀ ਦੱਸ ਦਿਓ ਤਫਸੀਲ ਵਿੱਚ ਕਿ ਬਿੱਲ ਕੀ ਨੇ, ਤੇ ਉਸ ਤੋਂ ਬਾਅਦ ਉਹਦੀ ਵਿਰੋਧਤਾ ਕਿਸ ਤਰੀਕੇ ਨਾਲ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਕਿਉਂ ਕਿਸਾਨਾਂ ਦੇ ਵਿੱਚ ਜਿਹੜਾ ਇੱਕ ਭੰਬਲ ਭੂਸਾ ਜਿਹਾ ਬਣਿਆ ਹੋਇਆ ਕਿ ਇਹ ਬਿੱਲ ਜਿਹੜੇ ਨੇ ਉਹ ਸਾਡੇ ਹਿਤੈਸ਼ੀ ਨਹੀਂ ਹੈਗੇ। ਦੇਖੋ, ਤਿੰਨ ਆਰਡੀਨੈਂਸ ਜਾਰੀ ਕੀਤੇ ਗਏ ਸੀ, 3 ਕਾਨੂੰਨ ਬਣਾਏ ਨੇ ਕੇਂਦਰ ਸਰਕਾਰ ਨੇ। ਇੱਕ ਹੈ ਕਿ ਠੇਕਾ ਖੇਤੀ ਦਾ, ਜਾਣੀ ਖੇਤੀ ਦੇ ਵਿੱਚ ਨਿੱਜੀਕਰਨ ਨੂੰ ਉਤਸ਼ਾਹਿਤ ਕਰਨ ਦਾ, ਪੂੰਜੀ ਨੂੰ ਵੱਧ ਤੋਂ ਵੱਧ ਖੇਤੀ ਦੇ ਵਿੱਚ ਲੈ ਕੇ ਆਉਣ ਦਾ, ਕਾਰਪੋਰੇਟ ਘਰਾਣੇ ਤੇ ਵੱਡੇ ਪੂੰਜੀਪਤੀਆਂ ਨੂੰ ਖੇਤੀ ਦੇ ਵਿੱਚ ਕਿਸਾਨਾਂ ਤੋਂ ਜ਼ਮੀਨਾਂ ਲੈ ਕੇ ਖੇਤੀ ਕਰਨ ਦਾ ਜਾਂ ਕਰਾਉਣ। ਦੂਜਾ ਹੈਗਾ ਮੰਡੀਕਰਨ ਦਾ। ਮੰਡੀਕਰਨ ਦਾ ਘੱਟੋ ਘੱਟ ਸਮਰਥਨ ਮੁੱਲ ਨਾਲ ਜੁੜੀ ਹੋਈ ਗੱਲ ਹੈ ਵੀ ਜੇ ਘੱਟੋ ਘੱਟ ਸਮਰਥਨ ਮੁੱਲ ਹੈ ਤਾਂ ਉਹਦਾ ਮੰਡੀਕਰਨ ਹੋਣਾ ਵੀ ਬਹੁਤ ਜ਼ਰੂਰੀ ਹੈ। ਤੀਸਰਾ ਹੈਗਾ ਸੀ ਐਸੈਂਸ਼ੀਅਲ ਕਮੋਡਿਟੀਜ਼ ਐਕਟ। ਉਹਦੇ ਬਾਰੇ ਜੋ ਆਰਡੀਨੈਂਸ ਆਇਆ ਸੀ, ਉਹਨੇ ਜਿਹੜੀ ਜ਼ਖੀਰੇਬਾਜ਼ੀ ਵਾਲਾ ਇਹ ਕਾਨੂੰਨ ਸੀ, ਜ਼ਖੀਰੇਬਾਜ਼ੀ ਨੂੰ ਰੋਕਣ ਵਾਲਾ ਜਿਹੜਾ ਭਾਰਤ ਦਾ ਕਾਨੂੰਨ ਸੀ, ਉਹਦੇ ਵਿੱਚ ਸੋਧਾਂ ਕੀਤੀਆਂ ਸੀ। ਸਭ ਤੋਂ ਪਹਿਲਾਂ ਜ਼ਖੀਰੇਬਾਜ਼ੀ ਵਾਲੇ ਤੇ ਮੈਂ ਗੱਲ, ਜ਼ਖੀਰੇਬਾਜ਼ੀ ਵਾਲੇ ਵਿੱਚ ਪੰਜਾਬ ਸਰਕਾਰ ਨੇ ਇੱਕ ਇੰਨੀ ਅਮੈਂਡਮੈਂਟ ਕੀਤੀ ਹੈ ਕਿ ਕੋਈ ਵੀ ਉਹ ਹਾਲਤਾਂ ਜਿਹੜੀਆਂ ਹਾਲਤਾਂ ਪੰਜਾਬ ਸਰਕਾਰ ਸੋਚਦੀ ਹੈ ਕਿ ਇਹਨਾਂ ਦੇ ਵਿੱਚ ਅਸੀਂ ਜ਼ਖੀਰੇਬਾਜ਼ੀ ਨਹੀਂ ਹੋਣ ਦੇਣੀ, ਤਾਂ ਉਹਨਾਂ ਨੇ ਇੱਕ ਐਡੀਸ਼ਨਲ ਪਾਵਰ ਪੰਜਾਬ ਸਰਕਾਰ ਕੋਲ ਲੈ ਲਈ, ਜਿਹੜੀ ਕਿ ਕੇਂਦਰ ਸਰਕਾਰ ਕੋਲ ਸੀ ਪਹਿਲਾਂ। ਦੂਸਰਾ ਹੈ ਕਿ ਜਿਹੜਾ ਮੰਡੀਕਰਨ ਵਾਲਾ ਹੈ, ਮੰਡੀਕਰਨ ਵਾਲੇ ਕਾਨੂੰਨ ਦੇ ਵਿੱਚ ਦੇਖੋ ਇਹਨਾਂ ਦੀ ਜਿਹੜੀ ਸੈਕਸ਼ਨ 2 ਹੈ ਇਸ ਕਾਨੂੰਨ ਦੇ ਵਿੱਚ ਜੋ ਇਹਨਾਂ ਨੇ ਸੋਧ ਕੀਤੀ ਹੈ, ਸੈਕਸ਼ਨ 4 ਇਹ ਕਲੀਅਰ ਕੱਟ ਕਹਿੰਦੀ ਹੈ ਕਿ ਪੈਡੀ ਅਤੇ ਕਣਕ ਦਾ ਜਿਹੜਾ ਘੱਟੋ ਘੱਟ ਸਮਰਥਨ ਮੁੱਲ ਕਦੇ ਵੀ ਜੋ MSP ਡਿਕਲੇਅਰ ਹੈ ਉਹਦੇ ਤੋਂ ਘੱਟ ਕੋਈ ਨਹੀਂ ਖਰੀਦੂਗਾ। ਦੂਸਰਾ ਸੈਕਸ਼ਨ 8 ਹੈ ਜਿਹੜਾ ਉਹ ਇਹ ਕਹਿੰਦਾ ਹੈ ਕਿ ਜੇ ਕਿਸੇ ਵੀ ਫਸਲ ਨੂੰ ਕੋਈ ਵੀ ਵਪਾਰੀ ਜਾਂ ਕੋਈ ਵੀ ਕਾਰਪੋਰੇਟ ਘਰਾਣਾ ਜਾਂ ਕੋਈ ਵੀ ਹੋਰ ਪ੍ਰਾਈਵੇਟ ਬੰਦਾ ਅਗਰ ਉਹ ਘੱਟੋ ਘੱਟ ਸਮਰਥਨ ਮੁੱਲ ਤੋਂ ਘੱਟ ਖਰੀਦਦਾ ਹੈ ਕਿਸੇ ਕਿਸਾਨ ਦੀ ਮਜਬੂਰੀ ਕਰਕੇ, ਤਾਂ ਉਸ ਨੂੰ ਘੱਟੋ ਘੱਟ 3 ਸਾਲ ਦੀ ਸਜ਼ਾ ਹੋਊਗੀ। ਸੈਕਸ਼ਨ 15 ਜਿਹੜਾ ਹੈ, ਸੈਕਸ਼ਨ 15 ਨਹੀਂ, ਸੈਕਸ਼ਨ 6 ਦਾ ਪਾਰਟ ਹੈ ਜਿਹੜਾ ਸੈਕਸ਼ਨ 6 ਕਹਿੰਦਾ ਹੈ ਕਿ ਪਹਿਲਾਂ ਉਹਨਾਂ ਨੇ ਸਿਰਫ SDM ਦਾ ਰੱਖਿਆ ਹੋਇਆ ਸੀ ਵੀ SDM ਨਿਤਾਰਾ ਕਰੂਗਾ ਜੇ ਝਗੜਾ ਹੁੰਦਾ ਦੋ ਧਿਰਾਂ ਦੇ ਵਿੱਚ। ਹੁਣ ਉਹਨਾਂ ਨੇ ਲੈ ਆਂਦਾ ਕਿ ਸਿਵਲ ਕੋਰਟ 'ਚ ਇਨਵੋਲਵ ਹੋਊਗੀ। ਪਹਿਲਾਂ ਇਹਨਾਂ ਨੇ ਰੱਖਿਆ ਸੀ ਕੇਂਦਰੀ ਐਕਟ ਇਹ ਕਹਿੰਦਾ ਹੈ ਕਿ ਪੈਨ ਕਾਰਡ ਹੋਣਾ ਚਾਹੀਦਾ ਵਪਾਰੀ ਕੋਲ, ਉਹ ਕੰਨਿਆ ਕੁਮਾਰੀ ਤੋਂ ਜਿੰਨੀ ਮਰਜ਼ੀ ਕਣਕ ਖਰੀਦੇ, ਜਦੋਂ ਮਰਜ਼ੀ ਖਰੀਦੇ, ਜਿੱਥੇ ਮਰਜ਼ੀ ਰੱਖੇ, ਜਿੰਨੀ ਮਰਜ਼ੀ ਰੱਖੇ, ਜਿੱਥੇ ਮਰਜ਼ੀ ਵੇਚੇ, ਜਿਸ ਭਾਅ ਮਰਜ਼ੀ ਵੇਚੇ। ਇਹਦੇ ਉੱਤੇ ਜਿਹੜੀ ਪੰਜਾਬ ਦੇ ਅੰਦਰ ਇਹ ਐਕਟ ਹੈ ਜਿਹੜਾ, ਇਹ ਪੰਜਾਬ ਦੇ ਅੰਦਰ ਇਹਨਾਂ ਨੇ ਇਸ ਬਣਾਇਆ ਕਿ ਜਿਹੜਾ ਟ੍ਰੇਡੇਬਲ ਏਰੀਆ ਜਿੱਥੇ ਵਪਾਰ ਹੋਣਾ ਹੈ, ਜਿਹੜੀ ਪੰਜਾਬ ਦੀਆਂ ਮੰਡੀਆਂ ਤੋਂ ਬਾਹਰ ਅਗਰ ਕੋਈ ਪ੍ਰਾਈਵੇਟ ਵਪਾਰੀ ਟ੍ਰੇਡ ਕਰਦਾ ਹੈ ਤਾਂ ਉਹਦੇ 'ਤੇ ਪੰਜਾਬ ਸਰਕਾਰ ਉਹਨੂੰ ਮਤਲਬ ਕਿ ਲੈਵੀ ਹੈ ਜਿਹੜੀ ਟੈਕਸ ਹੈ ਜਿਹੜਾ ਉਹ ਲਾ ਸਕਦੀ ਹੈ। ਜਿਵੇਂ ਆਲਰੇਡੀ ਆਪਣੀਆਂ ਮੰਡੀਆਂ ਦੇ ਵਿੱਚ 8.5% ਟੈਕਸ ਲੱਗਦਾ, ਉਹ 8.5% ਕਲੱਬ ਕਰਕੇ 3 + 2.5। ਸੋ ਇਹ ਜਿਹੜੀਆਂ ਧਾਰਾਵਾਂ ਆਈਆਂ ਨੇ, ਇਹ ਧਾਰਾਵਾਂ ਉਹਨਾਂ ਧਾਰਾਵਾਂ ਨੂੰ ਬਲੰਟ ਕਰਦੀਆਂ ਨੇ ਜਿਹੜੀਆਂ ਕੇਂਦਰ ਸਰਕਾਰ ਦੀ ਇਹ ਠੇਕਾ ਖੇਤੀ 'ਚ ਵੀ ਇਹੀ ਨੇ, ਸਿਵਲ ਕੋਰਟ ਵਾਲੀ ਵੀ ਉਹਦੇ 'ਚ ਹੈ। ਮਿਨੀਮਮ ਸਪੋਰਟ ਪ੍ਰਾਈਸ ਵੀ ਕੋਈ ਘੱਟ ਨਹੀਂ ਦੇ ਸਕਦਾ। ਮਿਨੀਮਮ ਸਪੋਰਟ ਪ੍ਰਾਈਸ ਤੋਂ ਘੱਟ ਖਰੀਦਣ ਵਾਸਤੇ ਅਗਰ ਕੋਈ ਮਜਬੂਰ ਕਰਦਾ ਉਹਦੇ ਲਈ ਘੱਟੋ ਘੱਟ 2 ਸਾਲ ਦੀ ਸਜ਼ਾ ਹੋਊਗੀ। ਟ੍ਰੇਡੇਬਲ ਏਰੀਏ ਦੇ ਵਿੱਚ ਟੈਕਸ ਲਾਉਣ ਦੀ ਪ੍ਰੋਵੀਜ਼ਨ ਹੋਊਗੀ। ਸੋ ਇਹ ਜਿਹੜੀਆਂ ਧਾਰਾਵਾਂ ਨੇ ਇਹੀ ਉਹਦੇ ਕੇਂਦਰੀ ਐਕਟ ਕੰਟਰੈਕਟ ਉਹਦੇ ਵਿੱਚੋਂ ਵੀ ਇਹਨਾਂ ਨੂੰ ਮਿਸ ਕਰਦਾ ਸੀ ਤੇ ਇਹਦੇ 'ਚ ਕਰਦਾ ਸੀ। ਹੁਣ ਸਵਾਲ ਪੈਦਾ ਇਹ ਹੁੰਦਾ ਕਿ ਇਹ ਜਿਹੜੇ ਕਾਨੂੰਨ ਬਣੇ ਨੇ, ਇਹ ਕਾਨੂੰਨ ਬਣਨ ਦੇ ਵਿੱਚ ਦੇਖੋ ਇੱਕ ਇੰਪੋਰਟੈਂਟ ਗੱਲ ਮੈਂ ਪਹਿਲਾਂ ਹੀ ਆਪਣੀ ਗੱਲ 'ਚ ਕਹਿ ਚੁੱਕਿਆ, ਇੱਕ ਇੰਪੋਰਟੈਂਟ ਪੁਆਇੰਟ ਇਹ ਹੈ ਕਿ ਇਹ ਕਾਨੂੰਨਾਂ ਨੂੰ ਬਣਾਉਣ ਲਈ ਪੰਜਾਬ ਦੇ ਲੋਕਾਂ ਨੇ ਇਕੱਠੇ ਹੋ ਕੇ ਹਮਲਾ ਮਾਰਿਆ, ਕਿਸਾਨਾਂ ਦੇ ਨਾਲ ਬੰਦ ਦੇ ਸੱਦੇ ਦਿੱਤੇ, ਲੋਕਾਂ ਨੇ ਰੈਲੀਆਂ 'ਚ ਪਾਰਟੀਸਪੇਸ਼ਨ ਕੀਤੀ, ਸਟੇਟਮੈਂਟਾਂ ਦਿੱਤੀਆਂ, ਸੋਲੀਡੈਰਿਟੀ ਜ਼ਾਹਰ ਕੀਤੀ ਜਥੇਬੰਦੀਆਂ ਨੇ। ਇਹ ਇੱਕ ਗੱਲ ਹੈ। ਦੂਜੀ ਗੱਲ ਇਹ ਹੈ ਕਿ ਇਹਨਾਂ ਪਾਰਟੀਆਂ ਨੇ ਜਦੋਂ ਇਹ ਕੀਤਾ, ਬਿੱਲ ਪਾਸ ਕੀਤੇ ਨੇ, ਇਹਨਾਂ 'ਚੋਂ ਕਿਸੇ ਦੀ ਇੱਕ ਦੀ ਹਿੰਮਤ ਨਹੀਂ ਹੋਈ ਕਿ ਇਹਨੂੰ ਬਿੱਲ ਪਾਸ ਕਰਨ ਦਾ ਵਿਰੋਧ ਕਰ ਦੇਣ। ਉੱਥੇ 117 ਚੋਂ 115 MLA ਨੇ ਇਹਦੇ ਪੱਖ ਵੋਟ ਪਾਇਆ।
ਪੰਜਾਬ ਦੇ ਲੋਕਾਂ ਨੇ ਵੀ A to Z ਸਾਰੇ ਲੋਕਾਂ ਨੇ ਬਲਕਿ ਇਸ ਗੱਲ ਨੂੰ ਵੈਲਕਮ ਕੀਤਾ ਕਿ ਹਾਂ ਕੋਈ ਫਸਟ ਟਾਈਮ ਕਿਸੇ ਸੰਘਰਸ਼ ਦੀ ਤਾਕਤ ਸਦਕਾ, ਕਿਸੇ ਸੰਘਰਸ਼ ਦੀਆਂ ਲੋੜਾਂ ਸਦਕਾ ਆਪਣੇ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਸਾਹਮਣੇ ਰੱਖਦੇ ਹੋਏ ਉੱਥੋਂ ਦੀਆਂ ਪੋਲੀਟੀਕਲ ਪਾਰਟੀਆਂ ਨੇ ਅਸੈਂਬਲੀ ਦੇ ਵਿੱਚ ਪਹਿਲੀ ਵਾਰੀ ਹੋਇਆ ਕਿ ਕੋਈ ਸਪੈਸ਼ਲ ਮਤਾ, ਸਪੈਸ਼ਲ ਸੈਸ਼ਨ ਬੁਲਾ ਕੇ ਲਿਆਂਦੇ ਹੋਣ ਤੇ ਉਹ ਪਾਸ ਕੀਤੇ। ਡਾਕਟਰ ਸਾਹਿਬ ਉਸ ਵੇਲੇ ਤਾਂ ਸਹਿਮਤੀ ਦੇਤੀ, ਪਰ ਬਾਅਦ ਦੇ ਵਿੱਚ ਫਿਰ ਰੌਲਾ ਕਿਉਂ ਪਾ ਰਹੇ ਨੇ? ਭਗਵੰਤ ਮਾਨ ਹੋਣੀ ਵੀ ਰੌਲਾ ਪਾ ਰਹੇ ਨੇ, ਅਕਾਲੀ ਦਲ ਵੀ ਰੌਲਾ ਪਾ ਰਿਹਾ, ਉਹ ਕਹਿੰਦੇ ਕੇਂਦਰ ਨਾਲ ਮਿਲ ਕੇ ਇੱਕ ਗੇਮ ਖੇਡੀ ਜਾ ਰਹੀ ਹੈ। ਦੇਖੋ ਇਹ ਉਹਨਾਂ ਦੇ ਪੋਲੀਟੀਕਲ ਗੱਲਾਂ ਨੇ। ਉਹ ਮੈਨੂੰ ਇਹ ਲੱਗਦਾ ਕਿ ਅਸਲ 'ਚ ਜਿਹੜੇ ਹੁਣ ਪਹਿਲਾਂ ਵੋਟ ਪਾਏ, ਉੱਥੇ ਗਵਰਨਰ ਕੋਲ ਜਾਏ, ਕਿਸਾਨਾਂ ਨੂੰ ਇਹ ਵੀ ਕਹਿ ਰਹੇ ਨੇ ਕਿ ਅਸੀਂ ਤੁਹਾਡੇ ਹੱਕ 'ਚ ਕਾਨੂੰਨ ਬਣਵਾਤੇ ਨੇ, ਇਹ ਅਗਰ ਕਹਿ ਹੁਣ ਇਸ ਕਿਸਮ ਦੀਆਂ ਸਟੇਟਮੈਂਟਾਂ ਨਹੀਂ, ਮੈਂ ਤਾਂ ਪਹਿਲਾਂ ਵੀ ਕਈ ਵਾਰੀ ਇਹ ਕਹਿ ਚੁੱਕਿਆ ਕਿ ਪੰਜਾਬ ਦੀਆਂ ਪਾਰਟੀਆਂ BJP ਨੂੰ ਛੱਡ ਕੇ ਉਹਨਾਂ ਨੂੰ ਕਿਸਾਨਾਂ ਦੇ ਹੱਕ 'ਚ ਇੱਕ ਸੁਰ ਆਵਾਜ਼ ਦੇਣੀ ਚਾਹੀਦੀ ਹੈ। ਅਗਰ ਕੋਈ ਕਮੀ ਹੈ ਇਹਨਾਂ ਬਿੱਲਾਂ ਦੇ ਅੰਦਰ ਉਹਨੂੰ ਠੀਕ ਕਰਵਾਉਣ ਵਾਸਤੇ ਕੋਸ਼ਿਸ਼ ਕਰਨੀ ਚਾਹੀਦੀ ਹੈ। ਅਗਰ ਇਹ ਬਿੱਲ ਅੱਗੇ ਗਵਰਨਰ ਸਾਹਿਬ ਨਹੀਂ ਭੇਜਦੇ ਚੱਜ ਨਾਲ, ਉਹ 'ਤੇ ਪ੍ਰੈਸ਼ਰ ਸਾਂਝੇ ਤੌਰ 'ਤੇ ਪਾਉਣਾ ਚਾਹੀਦਾ ਕਿਸਾਨਾਂ ਤੇ ਲੋਕਾਂ ਦੇ ਨਾਲ ਰਲ ਕੇ। ਜੇ ਰਾਸ਼ਟਰਪਤੀ ਨਹੀਂ ਪਾਸ ਕਰਦਾ ਤਾਂ ਰਾਸ਼ਟਰਪਤੀ ਕੋਲ ਜਾਣਾ ਚਾਹੀਦਾ ਇਹਨਾਂ ਨੂੰ ਪਾਸ ਕਰਾਉਣ ਵਾਸਤੇ। ਅਗਰ BJP ਇਹਨੂੰ ਰੋਕਦੀ ਹੈ ਤਾਂ ਪੰਜਾਬ ਦੇ ਪਾਰਟੀਆਂ ਤੇ ਲੋਕਾਂ ਨੂੰ ਇਸ ਗੱਲ ਦਾ ਵਿਰੋਧ ਕਰਨਾ ਚਾਹੀਦਾ। ਅਗਰ ਫਿਰ ਵੀ ਪੰਜਾਬ ਦੇ ਲੋਕਾਂ ਦੀ ਸਮੁੱਚਿਆਂ ਦੀ ਇਹ ਗੱਲ ਕਰਦੀ ਹੈ ਜਾਂ ਸੈਂਟਰ ਗਵਰਨਮੈਂਟ ਕੋਈ ਹੋਰ ਹੱਥਕੰਡਾ ਅਪਣਾਉਂਦੀ ਹੈ ਇਹ ਪੰਜਾਬ ਦੇ ਲੋਕਾਂ ਦੀ ਇਸ ਆਵਾਜ਼ ਨੂੰ ਬੰਦ ਕਰਨ ਲਈ, ਜਿਹਦੇ ਵਿੱਚ ਮੈਂ ਕਹਿੰਦਾ ਕਿ ਇੱਥੋਂ ਦੀਆਂ ਪਾਰਟੀਆਂ ਨੂੰ, ਇੱਥੋਂ ਦੇ ਬੁੱਧੀਜੀਵੀਆਂ ਨੂੰ, ਇੱਥੋਂ ਦੀਆਂ ਜਥੇਬੰਦੀਆਂ ਨੂੰ, ਇੱਥੋਂ ਦੇ ਲੋਕਾਂ ਨੂੰ ਬਹੁਤ ਚੌਕਸ ਹੋਣਾ ਚਾਹੀਦਾ। ਕਿਉਂਕਿ ਇਹ ਪੰਜਾਬ ਇੱਕ ਇਸ ਕਿਸਮ ਦੀ ਸਟੇਟ ਹੈ ਜਿਹਦੇ ਵਿੱਚ ਅਸੀਂ ਪੰਜਾਬੀ ਲੋਕ, ਸਿੱਖ ਧਾਰਮਿਕ ਫਿਰਕੇ ਦੇ ਲੋਕ ਬਾਰਡਰ 'ਚ ਰਹਿੰਦੇ ਹਾਂ। ਅਸੀਂ ਇਹ ਸਾਡੀ ਜਿਹੜੀ ਇੱਕ ਹਿਸਟਰੀ ਤੇ ਸਾਡਾ ਕਲਚਰ, ਸਾਡੀ ਭਾਸ਼ਾ, ਸਾਡਾ ਜਿਹੜਾ ਸਾਰਾ ਕੁਝ ਹੈ, ਇਹ ਇੱਕ ਤਰ੍ਹਾਂ ਦਾ ਉਹਦੇ ਨਾਲ ਖਿਲਵਾੜ ਕਰਨਾ ਹੋਊਗਾ ਕੇਂਦਰ। ਡਾਕਟਰ ਸਾਹਿਬ ਇੱਕ ਦੱਸਿਓ ਕਿ ਖੇਤੀ ਬਿੱਲ ਜਿਹੜੇ ਪੰਜਾਬ ਸਰਕਾਰ ਨੇ ਲਿਆਂਦੇ ਨੇ ਉਹਦੇ ਵਿੱਚ MSP ਨੂੰ ਲੈ ਕੇ ਇਸ ਗੱਲ ਦਾ ਸ਼ੰਕਾ ਜਤਾਇਆ ਜਾ ਰਿਹਾ ਕਿ ਬਾਕੀ ਫਸਲਾਂ ਦੀ ਗੱਲ ਕਿਉਂ ਨਹੀਂ ਕੀਤੀ, ਕਣਕ ਤੇ ਝੋਨੇ ਦੀ ਗੱਲ ਹੀ ਕਿਉਂ ਕੀਤੀ ਹੈ? ਦੇਖੋ ਮੈਂ ਅਗਰ ਤੁਸੀਂ ਪਹਿਲਾਂ ਵੀ ਦੇਖੋ ਕਿ MSP ਕੇਂਦਰ ਸਰਕਾਰ ਐਲਾਨ ਕਰਦੀ ਹੈ 23 ਜਿਣਸਾਂ ਦਾ। ਪੰਜਾਬ ਦੇ ਵਿੱਚ ਜੇ ਤੁਸੀਂ ਦੇਖੋਗੇ ਕਿ 2 ਜਿਣਸਾਂ ਨੇ ਜਿਹੜੀਆਂ ਉਹਨਾਂ ਦਾ ਹੀ MSP ਪਹਿਲਾਂ ਮਿਲਦਾ ਹੈ। ਇੱਕ ਗੱਲ। ਦੂਜਾ ਇਹ ਗੱਲ ਚੰਗਾ ਹੁੰਦਾ ਅਗਰ ਪੰਜਾਬ ਸਰਕਾਰ ਦੇ ਬਿੱਲ 'ਚ 2 ਦੀ ਜਗ੍ਹਾ ਸਾਰੀਆਂ ਉਹ ਜਿਣਸਾਂ ਹੁੰਦੀਆਂ ਜਿਨ੍ਹਾਂ ਨੂੰ ਵੀ MSP 'ਤੇ ਖਰੀਦਿਆ ਜਾਂਦਾ ਹੈ। ਬਿਲਕੁਲ ਉਵੇਂ ਜਿਵੇਂ ਪੰਜਾਬ ਸਰਕਾਰ ਨਹੀਂ, ਅਸੀਂ ਜਥੇਬੰਦੀਆਂ ਵਾਲੇ ਅਸੀਂ ਇਹ ਚਾਹੁੰਦੇ ਹਾਂ ਕਿ ਇਕੱਲੀਆਂ 23 ਨਹੀਂ ਬਲਕਿ ਸਾਰੀਆਂ ਫਸਲਾਂ ਨੂੰ MSP ਡਿਕਲੇਅਰ ਕਰਨਾ ਚਾਹੀਦਾ ਹੈ। ਅਸੀਂ ਇਹਦੇ ਲਈ ਇੱਕ ਬਿੱਲ ਆਲਰੇਡੀ ਡਰਾਫਟ ਕਰਕੇ ਪਾਰਲੀਮੈਂਟ ਦੇ ਵਿੱਚ ਦਿੱਤਾ ਸੀ 3 ਸਾਲ ਪਹਿਲਾਂ। ਉਹ ਬਿੱਲ ਦੀ ਕੋਈ ਗੌਰ ਨਹੀਂ ਕੀਤੀ, ਇਹਨਾਂ ਨੇ ਦੇਖਿਆ ਨਹੀਂ। ਉਹ ਬਿੱਲ ਕਹਿੰਦਾ ਸੀ ਕਿ ਸਾਰੀਆਂ ਫਸਲਾਂ ਦਾ MSP C2 + 50% ਫਾਰਮੂਲੇ ਮੁਤਾਬਕ ਤੈਅ ਕਰਕੇ ਔਰ ਉਹ ਕਾਨੂੰਨਨ ਲਾਗੂ ਹੋਵੇ। ਇਹ ਨਹੀਂ ਕਿ ਕੋਈ ਵਪਾਰੀ ਘੱਟ 'ਤੇ ਖਰੀਦ ਰਿਹਾ ਹੈ, ਕਿਤੇ MSP ਮਿਲ ਰਿਹਾ ਹੈ, ਕਿਤੇ ਨਹੀਂ ਮਿਲ ਰਿਹਾ। ਇਹ ਨਹੀਂ ਹੋਣਾ ਚਾਹੀਦਾ। ਕਾਨੂੰਨਨ ਤੌਰ 'ਤੇ ਹਰ ਉਸ ਵਿਅਕਤੀ ਜਾਂ ਫਰਮ ਨੂੰ ਉਸ ਕਾਨੂੰਨ ਦੇ ਅੱਗੇ ਮਤਲਬ ਕਿ ਪਨਿਸ਼ਮੈਂਟ ਮਿਲਣੀ ਚਾਹੀਦੀ ਹੈ ਜਿਹੜਾ ਨਹੀਂ ਖਰੀਦ ਰਿਹਾ। ਪਰ ਦੂਜੀ ਗੱਲ ਜਿਹੜੀ ਇਹਨਾਂ ਨੇ, ਮੈਂ ਜਿਵੇਂ ਸੈਕਸ਼ਨ 8 'ਚ ਕਿਹਾ ਤੁਹਾਨੂੰ, ਸੈਕਸ਼ਨ 8 ਦੇ ਵਿੱਚ ਇਹਨਾਂ ਨੇ ਇਹ ਨਹੀਂ ਕਿਹਾ ਕਿ 2 ਫਸਲਾਂ ਲਈ। ਉਹਦੇ ਵਿੱਚ ਇੱਕ ਜਨਰਲ ਗੱਲ ਕਹੀ ਹੋਈ ਹੈ ਜਿਹਦੀ ਹੋਰ ਵਿਆਖਿਆ ਦੀ ਲੋੜ ਹੈ ਕਿ ਜੇ ਕਿਸੇ ਕਿਸਾਨ ਤੋਂ ਖੇਤੀ ਦੀ ਪ੍ਰੋਡਕਟ ਹੈ ਜਿਹੜੀ ਉਹ MSP ਤੋਂ ਘੱਟ ਖਰੀਦਣ ਲਈ ਦਬਾਅ ਪਾਇਆ ਜਾਂਦਾ ਹੈ, ਹਰਾਸ ਕੀਤਾ ਜਾਂਦਾ ਵਗੈਰਾ ਵਗੈਰਾ, ਮਜਬੂਰ ਕੀਤਾ ਜਾਂਦਾ, ਤਾਂ ਉਹਨੂੰ 3 ਸਾਲ ਦੀ ਸਜ਼ਾ ਘੱਟੋ ਘੱਟ ਹੋਊਗੀ। ਮੈਂ ਕਹਿੰਦਾ ਵੀ ਜਿਹੜੀ ਇਹ 8ਵਾਂ ਸੈਕਸ਼ਨ ਜਿਹੜੀ ਹੈ ਮੇਰੇ ਮੁਤਾਬਕ ਇਨਡਾਇਰੈਕਟਲੀ ਇਹਦੇ 'ਚ ਪੈਡੀ ਤੇ ਵੀਟ ਨਹੀਂ ਬਲਕਿ ਮੈਂਸ਼ਨ ਕੀਤਾ ਹੋਇਆ। ਇਹਦੇ 'ਚ ਮੈਨੂੰ ਲੱਗਦਾ ਕਿ ਅਸਲ 'ਚ ਉਹ ਫਸਲਾਂ ਵੀ ਇਨਕਲੂਡਡ ਨੇ ਜਿਹੜੀਆਂ MSP ਵਾਲੀਆਂ ਹੈਗੀਆਂ ਨੇ। ਸੋ ਕਲੀਅਰ ਕੱਟ ਕਰਦੇ, ਬਲੈਕ ਐਂਡ ਵਾਈਟ 'ਚ ਲਿਖ ਦਿੰਦੇ ਬਹੁਤ ਵਧੀਆ ਸੀ। ਬਿਲਕੁਲ 4ਥੇ ਸੈਕਸ਼ਨ 'ਚ ਇਹ ਲਿਖਿਆ ਜਾਂਦਾ ਚੰਗੀ ਗੱਲ ਸੀ। ਵੀਟ, ਪੈਡੀ ਐਂਡ ਅਦਰ ਸੇ 21। ਗੱਲ ਤਾਂ ਉਹੀ ਹੈ ਨਾ ਡਾਕਟਰ ਸਾਹਿਬ, ਜਿਹੜਾ ਓਲਾ ਰੱਖਿਆ ਗਿਆ ਉਸੇ ਨੂੰ ਲੈ ਕੇ ਸਵਾਲ ਉੱਠਦੇ ਨੇ ਕਿ ਕਿਤੇ ਨਾ ਕਿਤੇ ਜਿਵੇਂ ਟੁੱਟ ਭੱਜ ਦੀ ਗੱਲ ਫੇਰ ਉੱਥੇ ਹੀ ਆ ਜਾਂਦੀ ਹੈ ਕਿ ਘੁੰਮ ਘੁਮਾ ਕੇ ਕੁਛ ਨਾ ਕੁਛ ਰਹਿੰਦਾ ਵਿੱਚ। ਇੱਕ ਹੋਰ ਸ਼ੰਕਾ ਹੈ, ਉਹ ਕਹਿੰਦੇ ਵੀ ਜੇ ਸਿਵਲ ਕੋਰਟ ਦੇ ਵਿੱਚ, ਜੇ ਅਦਾਲਤਾਂ ਦੇ ਵਿੱਚ ਚੱਕਰ ਇਹ ਕੇਸ ਇਹੋ ਜਿਹੇ ਜਾਂਦੇ ਨੇ ਤਾਂ ਉੱਥੇ ਕਈ ਸਾਲ ਦੀਆਂ ਤਰੀਕਾਂ ਪੈ ਜਾਂਦੀਆਂ। ਚੰਗਾ ਇਹ ਹੁੰਦਾ ਕਿ ਜੇ ਲੋਕਲ ਲੈਵਲ 'ਤੇ ਜੋ ਪਹਿਲਾਂ ਫੈਸਲਾ ਸੀ ਉਹੀ ਠੀਕ ਰਹਿੰਦਾ। ਇਹਨੂੰ ਕਿੱਦਾਂ ਦੇਖਦੇ ਹੋ? ਨਹੀਂ ਦੇਖੋ, ਇੱਕ ਮੈਂ ਕਿਸਾਨ ਯੂਨੀਅਨ ਦੇ ਤੌਰ 'ਤੇ ਤਾਂ ਇਹ ਕਹਿਣਾ ਚਾਹੁੰਦਾ ਕਿ ਕਿਸਾਨਾਂ ਦੇ ਨੁਮਾਇੰਦੇ ਹੋਣ, ਉਹਨਾਂ ਦੀ ਕੋਈ ਕਮੇਟੀ ਬਣੇ। ਐਗਜ਼ੀਕਿਊਟਿਵ ਹੈ ਜਿਹੜੀ, ਦੇਖੋ ਸਿਵਲ ਕੋਰਟ
ਇਹ ਤੁਹਾਡੀ ਗੱਲ ਸਹੀ ਹੈ, ਸਿਵਲ ਕੋਡ 'ਚ ਬਹੁਤ ਸਮਾਂ ਲੱਗ ਜਾਂਦਾ, ਲੇਕਿਨ ਇਹਦੇ ਜਦੋਂ ਰੂਲਸ ਬਣਨਗੇ, ਇਹ ਤਾਂ ਹੈਗੀ ਇੱਕ ਜਨਰਲ ਗਾਈਡਲਾਈਨ। ਇਹਦੇ ਅਗਰ ਰੂਲ ਬਣਨਗੇ, ਅਗਰ ਸਾਡੇ ਨਾਲ ਇਹ ਡਿਸਕਸ਼ਨ ਕਰਨ, ਤਾਂ ਅਸੀਂ ਇਹ ਕਹਾਂਗੇ ਕਿ ਕਿਸ ਕਿਸਮ ਦੀਆਂ ਕਮੇਟੀਆਂ ਬਣਨ ਜਿਨ੍ਹਾਂ 'ਚ ਕਿਸਾਨਾਂ ਦੇ ਰਿਪਰੈਜ਼ੈਂਟੇਟਿਵ ਹੋਣ, ਹੋਰ ਪਬਲਿਕ ਫਿਗਰਸ ਹੋਣ, ਕੋਈ ਉਹ ਕਮੇਟੀਆਂ ਇਹਦਾ ਫੈਸਲਾ ਕਰਨ। ਇਹ ਐਸਡੀਐਮ ਜਾਂ ਸਿਵਲ ਕੋਰਟਾਂ ਨੇ ਜਿਹੜੀਆਂ, ਸਿਵਲ ਕੋਰਟ ਦੇ ਬਾਰੇ ਬਹੁਤ ਸਾਰੇ ਲੋਕਾਂ ਦਾ ਕਹਿਣਾ ਸੀ ਕਿ ਐਸਡੀਐਮ ਅੰਡਰ ਪ੍ਰੈਸ਼ਰ ਆ ਜਾਂਦੇ, ਸਿਵਲ ਕੋਰਟ ਥੋੜ੍ਹੀ ਬਹੁਤੀ ਫਿਰ ਵੀ ਕਹਿ ਲਓ ਵੀ ਲੱਗਦਾ ਲੋਕਾਂ ਨੂੰ ਕਿ ਇਹ ਇੱਕ ਨਿਊਟਰਲ ਰੋਲ ਅਦਾ ਕਰਦੀ ਹੈ। ਪਰ ਸਿਵਲ ਕੋਰਟਾਂ ਵੀ, ਮੈਂ ਤੁਹਾਡੇ ਨਾਲ ਗੱਲ ਨਾਲ ਸਹਿਮਤ ਹਾਂ, ਉਹ ਵੀ ਪ੍ਰੈਸ਼ਰਾਈਜ਼ ਹੁੰਦੀਆਂ ਨੇ, ਉਹਨਾਂ ਕੋਲ ਸਮਾਂ ਵੀ ਬਹੁਤ ਘੱਟ ਹੁੰਦਾ, ਇਹ ਗੱਲ ਇੱਕ ਹੈ। ਲੇਕਿਨ ਇਹ ਗੱਲ ਬੜੀ ਪੱਕੀ ਹੈ ਕਿ ਐਸਡੀਐਮ ਤਾਂ ਉਹਨਾਂ ਤੋਂ ਵੀ ਵੀਕ ਨੇ। ਐਸਡੀਐਮ ਨੂੰ ਤਾਂ ਇੱਕ ਮਾੜੀ ਬਦਲੀ ਦਾ ਡਰ ਹੋ ਜੇ ਤਾਂ ਉਹਦਾ ਕੋਈ ਪਤਾ ਨਹੀਂ ਕੀ ਕਰ ਦੂਗਾ। ਉਹਦੀ ਜਗ੍ਹਾ, ਇਹਦੀ ਜਗ੍ਹਾ ਚੰਗਾ, ਮੈਂ ਕਹਿੰਦਾ ਕਿ ਐਸਡੀਐਮ ਦੀ ਜਗ੍ਹਾ ਸਿਵਲ ਕੋਰਟ ਠੀਕ ਹੈ। ਲੇਕਿਨ ਮੈਨੂੰ ਅਗਰ ਪੁੱਛਿਆ ਜਾਵੇ ਕੀ ਹੋਣਾ ਚਾਹੀਦਾ, ਮੈਂ ਕਹਿੰਦਾ ਕਿ ਕੁਝ ਪਬਲਿਕ ਦੇ ਨੁਮਾਇੰਦੇ, ਕਿਸਾਨਾਂ ਦੇ ਰਿਪਰੈਜ਼ੈਂਟੇਟਿਵ, ਈਵਨ ਉਹ ਜਿਹੜੀ ਧਿਰ, ਤੀਜੀ ਧਿਰ ਆ, ਉਹਦਾ ਵੀ ਰਿਪਰੈਜ਼ੈਂਟੇਟਿਵ ਲਿਆ ਜਾਵੇ ਕੋਈ, ਉਹਦੇ 'ਚ ਗੱਲ ਹੋਵੇ, ਇਹ ਉਹ ਬਾਈਂਡਿੰਗ ਹੋਵੇ। ਜਿਵੇਂ ਮੈਂ ਤੁਹਾਨੂੰ ਉਦਾਹਰਣ ਦੇਣੀ ਚਾਹੁੰਦਾ ਕਿ ਪੰਜਾਬ ਸਰਕਾਰ ਨੇ ਇੱਕ ਬਣਾਇਆ ਸੀ ਆਪਣਾ ਕਰਜ਼ਾ ਨਿਬੇੜੂ ਕਾਨੂੰਨ, ਬਲਕਿ ਇੰਡੈਪਟਡਨੈਸ ਦੇ ਕਿਵੇਂ ਇਹਦਾ ਨਿਪਟਾਰਾ ਕੀਤਾ ਜਾਵੇ, ਉਹਦੇ ਸੰਬੰਧ 'ਚ ਕਮੇਟੀਆਂ ਬਣਾਉਣ ਦਾ ਫਾਰਮੂਲਾ ਆਇਆ ਸੀ। ਉਹਦੇ ਨਾਲ ਹਾਲਾਂਕਿ ਪੂਰੇ ਸਹਿਮਤ ਨਹੀਂ ਸੀ ਅਸੀਂ, ਲੇਕਿਨ ਉਹ ਇੱਕ ਫਾਰਮੂਲਾ ਉਸ ਕਿਸਮ ਦਾ ਬਣ ਸਕਦਾ ਜਿਹਦੇ ਵਿੱਚ ਸਰਕਾਰੀ ਅਧਿਕਾਰੀ ਵੀ ਹੋਵੇ, ਕਿਸਾਨਾਂ ਦਾ ਵੀ ਹੋਵੇ, ਤੀਜੀ ਧਿਰ ਦਾ ਵੀ ਹੋਵੇ, ਕੋਈ ਇੰਪੋਰਟੈਂਟ ਬੰਦਾ ਵੀ ਹੋਵੇ ਜਿਹੜਾ ਰਿਟਾਇਰਡ ਜੱਜ ਹੋ ਸਕਦਾ ਕੋਈ ਇਸ ਕਿਸਮ ਦਾ, ਅਤੇ ਉਹ ਕਰਕੇ ਫਿਰ ਉੱਪਰ ਤੱਕ ਇੱਕ ਸਿਸਟਮ ਬਣਾਉਣ ਦੀ ਉਹ ਹੋ ਸਕਦੀ ਹੈ। ਉਹ ਜੇ ਸਾਡੇ ਤੋਂ ਸਲਾਹ ਲੈਂਦੇ ਅਸੀਂ ਉਹ ਦੱਸ ਦੇਣਾ। ਇੱਕ ਦੂਜੀ ਗੱਲ, ਹੁਣ ਜੇ ਆਪਾਂ ਸਿਆਸੀ ਤੌਰ ਤੇ ਆਈਏ ਤਾਂ ਕੈਪਟਨ ਸਾਹਿਬ ਤੇ ਕੇਜਰੀਵਾਲ ਸਾਹਿਬ ਦੇ ਵਿੱਚ ਟਵੀਟ ਜੰਗ ਚੱਲ ਰਹੀ ਹੈ। ਕੇਜਰੀਵਾਲ ਸਾਹਿਬ ਗੱਲ ਇਹ ਕਹਿੰਦੇ ਨੇ ਕਿ ਕੇਂਦਰ ਦੇ ਕਾਨੂੰਨਾਂ ਦੇ ਵਿੱਚ ਸੋਧ ਦੀ ਗੱਲ ਕਰ ਰਹੇ ਨੇ ਕੈਪਟਨ ਸਾਹਿਬ। ਭਗਵੰਤ ਮਾਨ ਨੇ ਵੀ ਕਿਹਾ ਕਿ ਪੰਜਾਬ ਦੇ ਐਕਟ ਕਿਉਂ ਨਹੀਂ ਲੈ ਕੇ ਆਉਂਦੇ, ਤੁਸੀਂ ਕੇਂਦਰੀ ਐਕਟਾਂ ਦੇ ਵਿੱਚ ਸੋਧ ਦੀ ਗੱਲ ਕਰਦੇ ਹੋ, ਇਹਨੂੰ ਕਿੱਦਾਂ ਦੇਖਦੇ ਹੋ? ਇੱਕ ਦੂਜੀ ਗੱਲ ਨਾਲ ਇਹ ਵੀ ਮੈਂ ਜੋੜ ਦੇਣਾ, ਉਹਦਾ ਵੀ ਜਵਾਬ ਦਿਓ ਕਿ ਦਿੱਲੀ ਦੇ ਵਿੱਚ ਕਿਹਾ ਜਾ ਰਿਹਾ ਕਿ ਹੁਣ ਦਿੱਲੀ 'ਚ ਵਿਧਾਨ ਸਭਾ ਸੱਦੋ। ਕੇਜਰੀਵਾਲ ਸਾਹਿਬ ਪੰਜਾਬ ਦੇ ਮਾਡਲ ਦੀ ਗੱਲ ਕਰਦੇ ਰਹੇ ਕਿ ਅਸੀਂ ਦਿੱਲੀ ਦਾ ਮਾਡਲ ਜਿਹੜਾ ਉਹ ਪੰਜਾਬ 'ਚ ਮਾਡਲ ਬਣਾ ਦਾਂਗੇ ਉਹੋ ਜਿਹਾ, ਅਤੇ ਇਹੋ ਜਿਹਾ ਫੈਸਲਾ ਦਿੱਲੀ ਦੀ ਵਿਧਾਨ ਸਭਾ ਜੇ ਲੈ ਲੈਂਦੇ ਨੇ ਜਾਂ ਨਹੀਂ ਲੈਂਦੇ, ਕੀ ਅਸਰ ਰਹੇਗਾ ਉਹਦੇ 'ਤੇ? ਦੇਖੋ, ਮੈਂ ਕਹਿੰਦਾ ਵੀ ਚੇਨ ਆਫ ਰਿਐਕਸ਼ਨਸ ਅਗਰ ਸ਼ੁਰੂ ਹੁੰਦਾ, ਅਗਰ ਕੇਜਰੀਵਾਲ ਸਾਹਿਬ ਨੂੰ, ਭਗਵੰਤ ਮਾਨ ਨੂੰ ਇਹ ਲੱਗਦਾ ਕਿ ਇਹਦੇ ਤੋਂ ਵਧੀਆ ਬਿੱਲ ਕੋਈ ਬਣ ਸਕਦੇ ਨੇ, ਉਹ ਦਿੱਲੀ ਦੀ ਅਸੈਂਬਲੀ 'ਚ ਬਣਾਉਣ ਜ਼ਰੂਰ। ਜੇ ਉਹ ਬਹੁਤ ਵਧੀਆ ਹੋਣਗੇ, ਅਸੀਂ ਫੇਰ ਪੰਜਾਬ ਸਰਕਾਰ 'ਤੇ ਦਬਾਅ ਪਾਵਾਂਗੇ ਵੀ ਇਹਨਾਂ ਦੇ ਪੈਟਰਨ 'ਤੇ, ਜਿਵੇਂ ਅਸੀਂ ਇਹ ਕਹਿੰਦੇ ਹਾਂ ਵੀ ਜੇ ਕੇਜਰੀਵਾਲ ਦੇ ਦਿੱਲੀ ਦੇ ਵਿੱਚ ਬਿਜਲੀ ਇੰਨੀ ਸਸਤੀ ਹੋ ਸਕਦੀ ਹੈ ਤਾਂ ਪੰਜਾਬ 'ਚ ਕਿਉਂ ਨਹੀਂ ਹੋ ਸਕਦੀ? ਜੇ ਦਿੱਲੀ ਦੇ ਵਿੱਚ ਇਲਾਜ ਇੰਨਾ ਵਧੀਆ ਮਿਲ ਸਕਦਾ, ਪੰਜਾਬ 'ਚ ਕਿਉਂ ਨਹੀਂ ਹੋ ਸਕਦਾ? ਅਗਰ ਉਹ ਕੋਈ ਠੀਕ ਚੀਜ਼ ਕਰਦੇ ਨੇ, ਬਟ ਇਹ ਆਪਣੀ ਜਿਹੜੀ ਕਹਿ ਲਓ ਵੀ ਆਪਣੀ ਜਿਹੜੀ ਇਹਨਾਂ ਦੀ ਰਾਜਨੀਤਿਕ ਇੱਕ ਤਰ੍ਹਾਂ ਦੀ ਜੰਗ ਹੈ, ਜਿਹੜੀ ਸ਼ਬਦੀ ਜੰਗ ਹੈ, ਇਹ ਸ਼ਬਦੀ ਜੰਗ ਨੂੰ ਕਿਸੇ ਵਿਵਹਾਰਕ ਜੰਗ 'ਚ ਤਬਦੀਲ ਕਰਨ ਕਿ ਸੱਚਮੁੱਚ ਉਹ ਮਾਡਲ ਲੈ ਕੇ ਆਉਣ ਜਿਹਦਾ ਇਹ ਕ੍ਰਿਟਿਸਿਜ਼ਮ ਕਰਦੇ ਨੇ ਵੀ ਇਹਨਾਂ ਨੇ ਆਹ ਕੀਤਾ, ਆਹ ਲਓ ਅਸੀਂ ਆਹ ਕਰਦੇ ਹਾਂ, ਕਰਨ 'ਚ ਕੀ ਦਿੱਕਤ ਹੈ ਫਿਰ? ਇਹ ਲੇਕਿਨ ਇੱਕ ਗੱਲ ਬੜੀ ਪੱਕੀ ਹੈ ਕਿ ਪੰਜਾਬ ਸਰਕਾਰ ਦੇ ਕਹਿਣ ਨਾਲ ਬਾਕੀ ਜਗ੍ਹਾ 'ਤੇ ਗੱਲਾਂ ਸ਼ੁਰੂ ਹੋ ਗਈਆਂ ਕਿ ਬਾਕੀ ਅਸੈਂਬਲੀਆਂ, ਚਾਹੇ ਉਹ ਰਾਜਸਥਾਨ ਦੀ ਹੈ, ਚਾਹੇ ਛੱਤੀਸਗੜ੍ਹ ਦੀ ਕਾਂਗਰਸ ਦੀ ਹੈ ਜਾਂ ਕੇਜਰੀਵਾਲ ਦੀ ਹੈ, ਉਹਨਾਂ ਦੇ ਸਾਹਮਣੇ ਸਵਾਲ ਖੜਾ ਹੋ ਗਿਆ ਕਿ ਆਪਣੇ ਕਿਸਾਨਾਂ ਦੇ ਵਾਸਤੇ ਸਾਨੂੰ ਜਾਂ ਭਾਰਤ ਦੇ ਕਿਸਾਨਾਂ ਲਈ ਸਾਨੂੰ ਉਹ ਲੈ ਕੇ ਆਉਣਾ ਚਾਹੀਦਾ। ਦੂਜੀ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ, ਇਹ ਦੇਖੋ, ਮੈਂ ਇਹਦਾ ਐਕਸਪਰਟ ਨਹੀਂ ਹਾਂ, ਬਟ ਮੈਨੂੰ ਇਹ ਲੱਗਦਾ ਕਿ ਰਿਜੈਕਸ਼ਨ ਆਫ ਦਾ ਐਕਟਸ ਆ ਜਿਹੜਾ ਉਹ ਕਰਨਾ, ਕਿ ਅਸੈਂਬਲੀ ਪਾਰਲੀਮੈਂਟ ਦੇ ਐਕਟਸ ਨੂੰ ਰਿਜੈਕਟ ਕਰ ਸਕਦੀ ਹੈ ਜਾਂ ਉਹਦੇ ਵਿੱਚ ਉਸੇ ਪਾਰਲੀਮੈਂਟ ਦੇ ਬਣਾਏ ਹੋਏ ਐਕਟਸ ਦੇ ਵਿੱਚ ਹੀ ਕੁਝ ਤਬਦੀਲੀਆਂ ਕਰਕੇ ਉਹਦੇ ਲਈ ਮੰਗ ਸਕਦੀ ਹੈ ਵੀ ਇਹਨਾਂ ਨੂੰ ਮਾਨਤਾ ਦਿੱਤੀ ਜਾਵੇ। ਇਹ ਲੀਗਲ ਐਕਸਪਰਟ ਦੱਸ ਸਕਦੇ ਨੇ, ਮਤਲਬ ਮੈਂ ਇਹਦੇ 'ਚ ਮੇਰੀ ਇਹਦੇ 'ਚ ਇੰਨੀ ਕਾਬਲੀਅਤ ਨਹੀਂ ਹੈ। ਮੈਂ ਹੁਣ ਅੱਗੇ ਦੱਸੋ ਕਿ ਅਕਾਲੀ ਦਲ ਵੀ ਆਪਣੇ ਸੁਝਾਅ ਦੇ ਰਿਹਾ, ਸਾਰੀਆਂ ਪਾਰਟੀਆਂ ਆਪੋ ਆਪਣੇ ਸੁਝਾਅ ਦੇ ਰਹੀਆਂ। ਕੱਲ੍ਹ ਤੁਹਾਡੀ ਪ੍ਰੈਸ ਕਾਨਫਰੰਸ ਦੇ ਵਿੱਚ ਕੁਝ ਹੁੱਲੜਬਾਜ਼ੀ ਜਿਹੜੀ ਆ ਉਹ ਦੇਖਣ ਨੂੰ ਮਿਲੀ। ਰਿਲਾਇੰਸ ਪੰਪਾਂ ਵਾਲਿਆਂ ਨੇ ਆ ਕੇ ਜੋ ਕੁਝ ਕੀਤਾ, ਉਸ ਤੋਂ ਬਾਅਦ ਤੁਹਾਨੂੰ ਫੈਸਲਾ ਜਿਹੜਾ ਉਹ ਬਦਲਣਾ ਵੀ ਪਿਆ ਰਿਲਾਇੰਸ ਪੰਪਾਂ ਨੂੰ ਲੈ ਕੇ। ਉਹ ਕੀ ਕੁਛ ਹੈ, ਅੱਗੇ ਦੀ ਰਣਨੀਤੀ ਕਿਸ ਤਰ੍ਹਾਂ ਦੀ ਬਣਾਈ ਹੈ, ਦਿੱਲੀ ਕਿੱਦਾਂ ਜਾਣਾ ਹੈ, ਕਿਸ ਤਰ੍ਹਾਂ ਕੂਚ ਕਰਨਾ, ਉੱਥੇ ਜਾ ਕੇ ਕੀ ਕੁਝ ਕਰਨਾ? ਨਹੀਂ, ਪਹਿਲਾਂ ਤਾਂ ਦੇਖੋ, ਅਕਾਲੀ ਜਿਹੜੇ ਸਟੇਟਮੈਂਟਸ ਦੇ ਰਹੇ ਨੇ ਜਾਂ ਆਮ ਆਦਮੀ ਪਾਰਟੀ ਦੇ ਰਹੀ ਹੈ, ਮੈਂ ਫਿਰ ਇਹ ਕਹਿਣਾ ਚਾਹੁੰਦਾ ਕਿ ਇਹਨਾਂ ਨੂੰ ਅਸਲ 'ਚ ਥੋੜ੍ਹੇ ਸੰਜੀਦਾ ਹੋਣਾ ਚਾਹੀਦਾ ਹੈ। ਬੇਲੋੜੇ ਮਤਲਬ ਕਿ ਇਸ ਕਿਸਮ ਦੇ ਬਿਆਨਾਂ ਦੇ ਵਿੱਚ, ਚਾਹੇ ਕਾਂਗਰਸ ਵਾਲੇ ਦਿੰਦੇ ਨੇ ਚਾਹੇ ਉਹ ਦਿੰਦੇ ਨੇ, ਇਹ ਅਗਰ ਇਸ ਕਿਸਮ ਦੀ ਬਿਆਨਬਾਜ਼ੀ ਕਰਦੇ ਨੇ, ਉਹਦੇ ਸਾਡੇ ਕਿਸਾਨਾਂ ਦੇ ਅੰਦਰ ਇੱਕ ਤਰ੍ਹਾਂ ਦਾ ਇਹਨਾਂ ਪ੍ਰਤੀ ਬੇਵਿਸ਼ਵਾਸੀ ਹੁੰਦੀ ਹੈ। ਫਿਰ ਵੀ ਕੱਲ੍ਹ ਤੁਸੀਂ ਉਹਦੇ ਹੱਕ 'ਚ ਵੋਟ ਪਾ ਕੇ ਆਏ ਹੋ, ਅੱਜ ਤੁਸੀਂ ਉਹਨੂੰ ਕਹਿ ਰਹੇ ਹੋ, ਜਿਵੇਂ ਅੱਜ ਕਿਸੇ ਨੇ ਇਹ ਕਿਹਾ ਸੀ ਵੀ ਬਿਕਰਮ ਮਜੀਠੀਆ ਨੇ ਕਿਸੇ ਅਖਬਾਰ 'ਚ ਕਿਹਾ ਹੋਇਆ ਕਿ ਜੀ ਇਹ ਤਾਂ ਕਿਸਾਨਾਂ ਦੇ ਸੰਘਰਸ਼ ਨੂੰ ਖੁੰਡਾ ਕਰੂਗਾ। ਜੇ ਖੁੰਡਾ ਕਰੂਗਾ ਫਿਰ ਤੁਸੀਂ ਉੱਥੇ ਵੋਟ ਕਿਉਂ ਦੇਤੀ? ਇਹਦਾ ਮਤਲਬ ਤੁਸੀਂ ਸਾਡੇ ਸੰਘਰਸ਼ ਨੂੰ ਖੁੰਡਾ ਕਰਨਾ ਚਾਹੁੰਦੇ ਸੀ। ਇੱਕ ਜੇ
ਆਮ ਅਗਰ ਇੱਕ ਆਮ ਆਦਮੀ ਦੀ ਭਾਸ਼ਾ 'ਚ ਮੈਂ ਬੋਲਣਾ ਹੋਵੇ। ਲੇਕਿਨ ਇਹ ਜਿਹੜੇ ਅਕਾਲੀਆਂ ਨੂੰ ਅਸਲ 'ਚ ਇਸ ਗੱਲ 'ਤੇ ਕੇਂਦਰਿਤ ਰਹਿਣਾ ਚਾਹੀਦਾ ਹੈ, ਆਮ ਆਦਮੀ ਪਾਰਟੀ ਨੂੰ ਵੀ, ਕਾਂਗਰਸ ਨੂੰ ਵੀ, ਕਿ ਉਹ ਬੀਜੇਪੀ ਦੇ ਪ੍ਰਤੀ ਜਿਹੜੇ ਸਾਡੇ ਕਿਸਾਨਾਂ ਦੇ ਨਾਲ ਜਿਹੜੇ ਮੁੱਦੇ ਨੇ, ਪੰਜਾਬੀਆਂ ਦੇ ਮੁੱਦੇ ਨੇ, ਪੰਜਾਬ ਦੇ ਹੱਕਾਂ ਦੀ ਗੱਲ ਹੈ, ਇਹਦੇ 'ਤੇ ਖੜਨ ਡਟ ਕੇ ਇਹ ਕਿਸਾਨਾਂ ਦੇ ਸੰਘਰਸ਼ ਕੇਵਲ ਕਿਸਾਨਾਂ ਦਾ ਇਹ MSP ਤੇ ਹੋਰ ਮੁੱਦਾ ਨਹੀਂ ਨਾ, ਕਿਸਾਨਾਂ ਦੇ ਇਹ ਬਿੱਲ ਬਣਾ ਕੇ, ਐਕਟ ਬਣਾ ਕੇ ਉਹਨਾਂ ਨੇ ਪੰਜਾਬ ਦੇ ਬਹੁਤ ਸਾਰੀਆਂ ਜਿਹੜੀਆਂ ਐਗਰੀਕਲਚਰ ਦੀ ਸਟੇਟ ਲਿਸਟ ਦੇ ਵਿੱਚ ਜਿਹੜਾ ਮਸਲਾ ਆਉਂਦਾ ਸੀ ਉਹਨੂੰ ਟ੍ਰੇਡ ਦੇ ਵਿੱਚ ਕਨਕਰੈਂਟ ਲਿਸਟ ਕੰਸੀਡਰ ਕਰਕੇ ਐਗਰੀਕਲਚਰ ਚੋਂ ਬਾਹਰ ਕੱਢ, ਮਤਲਬ ਕਿ ਆਪਣੀ ਜਗ੍ਹਾ ਠੋਸਤਾ BJP ਨੇ। ਅਸਲ ਸਾਰੀਆਂ ਪਾਰਟੀਆਂ ਨੂੰ ਉਹ ਮੁੱਖ ਨਿਸ਼ਾਨਾ ਬਣਾਉਣਾ ਚਾਹੀਦਾ, ਉਹ ਮੁੱਖ ਨਿਸ਼ਾਨਾ ਬਣਾਉਂਦੇ ਹੋਏ ਫਿਰ ਕਹਿਣਾ ਚਾਹੀਦਾ ਕਿ ਹਾਂ ਪੰਜਾਬ ਦੀ ਸਰਕਾਰ ਨੂੰ ਵੀ ਤੁਸੀਂ ਇਹਦੇ ਅਨੁਸਾਰ ਐਗਰੀਕਲਚਰ 'ਚ ਮਤਲਬ ਕਿ ਇਸ ਲਿਸਟ ਦੇ ਅਨੁਸਾਰ ਨਵੇਂ ਬਿੱਲ ਬਣਾਓ। ਕਾਂਗਰਸ ਉਹਨੂੰ ਦਬਾਅ ਪਾਉਣਾ ਚਾਹੀਦਾ ਵੀ ਤੁਸੀਂ ਇਹਨਾਂ ਬਿੱਲਾਂ ਨੂੰ ਵਾਪਸ ਕਰੋ ਆਪਣਿਆਂ ਨੂੰ, ਇਹ ਕਰਨ। ਇਹ ਇੱਕ ਦੂਜਾ ਇਹ ਹੈ ਕਿ ਅੱਗੇ ਤੋਂ ਸੈਂਟਰ ਨੂੰ ਵੀ ਇਸ ਗੱਲ ਦੀ ਖਬਰਦਾਰ ਹੋਵੇ ਉਹ ਕਿ ਤੁਸੀਂ ਸੂਬਿਆਂ ਦੇ ਅਧਿਕਾਰਾਂ ਦੇ ਵਿੱਚ ਇੰਨਾ ਫਰੀਲੀ ਇੰਨਾ ਦਖਲ ਅੰਦਾਜ਼ੀ ਨਹੀਂ ਕਰ ਸਕਦੇ, ਨਹੀਂ ਅਸੀਂ ਕਰਨ ਦੇਣੀ, ਤੇ ਇਹ ਜੇ ਕਰੋਗੇ ਤਾਂ ਪੰਜਾਬ ਦੇ ਲੋਕ ਇਹਦੇ 'ਤੇ ਕਾਫੀ ਤੁਹਾਡੇ ਨਾਲ ਖਫਾ ਹੋਣਗੇ। ਤੀਸਰੀ ਗੱਲ ਇਹਦੇ 'ਚ ਇਹ ਹੈ ਵੀ ਜਿਹੜਾ ਕੱਲ੍ਹ ਤੁਸੀਂ ਪੁੱਛਿਆ ਵੀ ਉੱਥੇ ਜੋ ਹੋਇਆ ਰਿਲਾਇੰਸ ਵਾਲਿਆਂ ਦਾ, ਦੇਖੋ ਰਿਲਾਇੰਸ ਵਾਲਿਆਂ ਦਾ ਮਸਲਾ ਅਸੀਂ ਮੀਟਿੰਗ 'ਚ ਵਿਚਾਰਿਆ ਸੀ, ਬਹੁਤ ਸੀਰੀਅਸਲੀ ਕੁਝ ਸਾਥੀਆਂ ਨੇ ਸਾਡੇ ਕੋਲ ਰੱਖੀ ਹੈ ਗੱਲ। ਅਸੀਂ ਇਹ ਵਿਚਾਰ ਰਹੇ ਸੀ ਕਿ ਇਹਨਾਂ ਦੇ ਮਸਲੇ ਦੇ ਉੱਤੇ ਸਾਨੂੰ ਜਿਹੜੇ ਡੀਲਰਾਂ ਦੇ ਪੰਪ ਨੇ ਜਿਹੜੇ ਸਿੱਧੇ ਕੰਪਨੀ ਦੇ ਰਿਲਾਇੰਸ 'ਤੇ ਨਹੀਂ ਹੈ, ਉਹਨਾਂ ਪੰਪਾਂ ਦੇ ਬਾਰੇ ਅਸੀਂ ਛੋਟ ਦੇਣ ਬਾਰੇ ਸੋਚ ਰਹੇ ਸੀ। ਲੇਕਿਨ ਸਾਡੀ ਹਲੇ ਮਤਲਬ ਕਿ ਮੀਟਿੰਗ 3 ਵਜੇ ਪ੍ਰੈਸ ਕਾਨਫਰੰਸ ਸੀ, ਪ੍ਰੈਸ ਕਾਨਫਰੰਸ ਦੇ ਦੌਰਾਨ ਵੀ ਉਹ ਆ ਗਏ। ਇਹਦੇ ਨਾਲ ਸਾਡੇ ਕਿਸਾਨ ਜਥੇਬੰਦੀਆਂ ਦੇ ਅੰਦਰ ਜੋ ਮਾਹੌਲ ਖਰਾਬ ਹੋਇਆ ਪ੍ਰੈਸ ਕਾਨਫਰੰਸ ਦੇ ਦੌਰਾਨ, ਉਹ 'ਤੇ ਬਹੁਤ ਗੁੱਸਾ ਵੀ ਆਇਆ। ਅਸੀਂ ਉਹਨਾਂ ਨੂੰ ਬੁਰਾ ਭਲਾ ਤਾਂ ਨਹੀਂ ਕਿਹਾ, ਲੇਕਿਨ ਉਹਨਾਂ ਦੀ ਅਸੀਂ ਕਾਫੀ ਪੜਚੋਲ ਕੀਤੀ, ਕ੍ਰਿਟਿਸਿਜ਼ਮ ਕੀਤਾ। ਉਹਨਾਂ ਨੂੰ ਅਸੀਂ ਇੰਨਾ ਕ੍ਰਿਟਿਸਿਜ਼ਮ ਕੀਤਾ ਕਿ ਅਲਟੀਮੇਟਲੀ ਉਹ ਉਸ ਚੀਜ਼ ਨੂੰ ਪਛਤਾਪ ਕਰਨ ਵਾਸਤੇ ਪ੍ਰੈਸ ਦੇ ਸਾਹਮਣੇ ਹੀ ਸਹਿਮਤ ਹੋ ਗਏ। ਉਹਨਾਂ ਨੇ ਪਛਤਾਪ ਕੀਤਾ, ਸੈਲਫ ਕ੍ਰਿਟਿਸਿਜ਼ਮ ਕੀਤਾ, ਜਿਹਦੇ ਕਰਕੇ ਫਿਰ ਅਸੀਂ ਉਹਨਾਂ ਦੇ ਮਸਲੇ ਨੂੰ ਵਿਚਾਰਨ ਵਾਸਤੇ ਇਹ ਕਹਿਤਾ ਵੀ ਅਸੀਂ ਤੁਹਾਡੇ ਮਸਲੇ ਨੂੰ ਵਿਚਾਰਾਂਗੇ ਜਲਦੀ, ਹੋ ਸਕਦਾ ਪਹਿਲਾਂ ਵਿਚਾਰੀਏ, ਨਹੀਂ 4 ਤਰੀਕ ਦੀ ਸਾਡੀ ਤਾਂ ਮੀਟਿੰਗ ਹੈ ਹੀ ਹੈ। ਸੋ ਉਹਦੇ 'ਤੇ ਵਿਚਾਰਾਂਗੇ ਅਸੀਂ। ਜੇ ਕੋਈ ਵੀ ਸਾਡਾ ਤਬਕਾ ਪੰਜਾਬ ਦਾ ਸਾਡੇ ਸੰਘਰਸ਼ ਕਰਕੇ ਜਿਨ੍ਹਾਂ ਨੂੰ ਕੋਈ ਤਕਲੀਫ ਹੁੰਦੀ ਹੈ, ਜਿਵੇਂ ਅਸੀਂ ਕੱਲ੍ਹ ਮਾਲ ਗੱਡੀਆਂ ਨੂੰ ਲੰਘਣ ਦਾ ਰਸਤਾ ਦੇਤਾ, ਸਾਨੂੰ ਪੱਕਾ ਹੀ ਪਤਾ ਲੱਗ ਰਿਹਾ ਸੀ ਕਿ ਸਾਡਾ ਬਾਰਦਾਨਾ, DAP, ਯੂਰੀਆ, ਕੋਇਲਾ, ਬਿਜਲੀ ਦੀ ਸਮੱਸਿਆ ਸੰਕਟ ਆ ਸਕਦੀ ਹੈ, ਇਹ ਆ ਸਕਦੀਆਂ ਨੇ, ਤੇ ਲੋਕ ਹੌਲੀ ਹੌਲੀ ਇੱਕ ਇੱਕ ਕਰਕੇ 2 ਹੋ ਜਾਣਗੇ, 2 ਤੋਂ 4, 4 ਤੋਂ 8 ਹੋ ਕੇ ਸਾਡੇ ਸੰਘਰਸ਼ ਪ੍ਰਤੀ ਖੁੱਲ੍ਹਾ ਨਾ ਬੋਲਣ, ਲੇਕਿਨ ਉਹਨਾਂ ਦੇ ਮਨ 'ਚ ਇੱਕ ਗੁੱਸਾ ਆਊਗਾ, ਕਦੇ ਇਕੱਠੇ ਹੋ ਕੇ ਬੋਲ ਦੇਣਗੇ ਇੱਦਾਂ। ਸੋ ਜਿਵੇਂ ਉਦਾਹਰਣ ਦੇ ਤੌਰ 'ਤੇ ਟੋਲ ਪਲਾਜ਼ਿਆਂ 'ਤੇ ਅਸੀਂ ਟੋਲ ਪਲਾਜ਼ਿਆਂ ਦੇ ਜਿਹੜੇ ਵਰਕਰ ਨੇ ਵਿਚਾਰੇ, ਉਹਨਾਂ ਨੂੰ ਅਗਰ ਟੋਲ ਪਲਾਜ਼ਿਆਂ ਵਾਲੇ ਬੇਰੁਜ਼ਗਾਰ ਕਰਕੇ ਭੇਜ ਦੇਣੇ, ਉਹਨਾਂ ਦਾ ਗੁੱਸਾ ਸਾਡੇ ਪ੍ਰਤੀ ਹੋਊਗਾ ਨਾ। ਉਹਨਾਂ ਨੂੰ ਡੀਲ ਕਿਵੇਂ ਕਰਨਾ ਹੈ, ਪੈਟਰੋਲ ਪੰਪਾਂ ਦੇ ਡੀਲਰਾਂ ਨੂੰ ਕਿਵੇਂ ਡੀਲ ਕਰਨਾ ਹੈ, ਰਿਲਾਇੰਸ ਪੰਪਾਂ 'ਤੇ ਜਿਹੜੇ ਲੱਗੇ ਹੋਣਗੇ ਵਰਕਰ, ਉਹਨਾਂ ਨੂੰ ਡੀਲ ਇਹ ਸਾਡੇ ਲਈ ਇੱਕ ਵੱਡੀ ਚੁਣੌਤੀ ਵਾਲੀ ਗੱਲ ਵੀ ਹੈ। ਉਹਨਾਂ ਨੂੰ ਵੀ ਨਾਲ ਰੱਖਣਾ। ਜਿਵੇਂ ਹੁਣ ਮੰਨ ਲਓ ਅਸੀਂ ਝੋਨੇ ਦੇ ਟਰੱਕ ਰੋਕ ਰਹੇ ਹਾਂ ਇਹਦੇ 'ਤੇ ਬੈਰੀਅਰਸ 'ਤੇ, ਝੋਨੇ ਦੇ ਟਰੱਕ ਜਿਹੜੇ ਅਸੀਂ ਰੋਕਣੇ ਨੇ, ਉਹਦੇ 'ਚ ਅਸੀਂ ਇਹ ਵੀ ਰੱਖਣਾ ਵੀ ਉਹ ਟਰੱਕ ਜਿਹੜੇ ਬਿਲਕੁਲ ਇਲੀਗਲ ਨੇ ਅਸੀਂ ਰੋਕੀਏ, ਜਿਹੜੇ ਲੀਗਲੀ ਆ ਸਕਦੇ ਜੇ ਅਸੀਂ ਉਹਨਾਂ ਨੂੰ ਵੀ ਰੋਕਾਂਗੇ ਤਾਂ ਜੇ ਇੱਕ ਟਰੱਕ ਦੇ ਨਾਲ 5 ਬੰਦੇ ਹੋਣ, 20 ਟਰੱਕ ਲੀਗਲ ਅਸੀਂ ਰੋਕ ਲਏ, ਉਹ 100 ਬੰਦਾ ਸਾਡੇ ਖਿਲਾਫ ਹੋ ਜਾਊਗਾ। ਸੋ ਇਹ ਸਾਰੀਆਂ ਚੀਜ਼ਾਂ ਦੇ ਨਾਲ ਅਸੀਂ ਲਗਾਤਾਰ ਮਿਲ ਕੇ ਬਹੁਤ ਤੇਜ਼ੀ ਨਾਲ ਪ੍ਰਸ਼ਾਸਨ ਨਾਲ ਦੇ ਇਨ ਟੱਚ ਹਾਂ ਅਸੀਂ, ਲੋਕਲ ਨਾਲ ਵੀ, ਸਟੇਟ ਦੇ ਨਾਲ ਵੀ, ਤੇ ਇਹ ਜੇ ਜਨਤਾ ਦੇ ਵਿੱਚੋਂ ਵੀ ਜੇ ਕੋਈ ਇਸ ਕਿਸਮ ਦੀ ਆਉਂਦੀ ਹੈ ਆਵਾਜ਼, ਉਹਨੂੰ ਅਸੀਂ ਬਲਕਿ ਹੈਂਡਲ ਕਰਨਾ, ਸੋ ਦੈਟ ਪੰਜਾਬੀ ਲੋਕ ਨੇ ਜਿਹੜੇ ਸਾਰੇ ਕਿਸਾਨਾਂ ਦੇ ਮੁੱਦਿਆਂ ਦੇ ਉੱਤੇ, ਪੰਜਾਬੀਆਂ ਦੇ ਮਸਲਿਆਂ ਦੇ ਉੱਤੇ, ਪੰਜਾਬ ਦੇ ਅਧਿਕਾਰਾਂ ਦੇ ਮਸਲਿਆਂ ਉੱਤੇ ਜਿੰਨੇ ਵੀ ਬਣੇ ਹੋਏ ਨੇ, ਇਹ ਜਿਵੇਂ ਮੈਂ ਪਾਰਟੀਆਂ ਨੂੰ ਅਪੀਲ ਕੀਤੀ ਹੈ, ਪਹਿਲਾਂ ਪੰਜਾਬ ਦੇ ਲੋਕਾਂ ਨੂੰ ਵੀ ਇਹ ਅਪੀਲ ਕਰਦਾ ਕਿ ਜਿੱਥੇ ਥੋੜ੍ਹਾ ਬਹੁਤਾ ਤੁਹਾਨੂੰ ਕਿਤੇ ਕਸ਼ਟ ਆਉਂਦਾ, ਉਹ ਸਾਡੀਆਂ ਜਥੇਬੰਦੀਆਂ ਨਾਲ ਸ਼ੇਅਰ ਕਰੋ, ਅਸੀਂ ਉਹਨੂੰ ਹੱਲ ਕਰਨ ਲਈ ਹਰ ਵੇਲੇ ਤਿਆਰ ਰਹਾਂਗੇ। ਮਾਲ ਗੱਡੀਆਂ 5 ਤਰੀਕ ਤੱਕ ਤੁਸੀਂ ਕਿਹਾ ਹੈ ਕਿ ਆ ਜਾ ਸਕਦੀਆਂ ਨੇ, ਇਸ ਤਰ੍ਹਾਂ ਸਮਾਨ ਜਿਹੜਾ ਉਹ ਪੰਜਾਬ 'ਚ ਪਹੁੰਚ ਸਕਦਾ। ਦੂਜੀ ਗੱਲ ਇਹ ਵੀ ਚਰਚਾ ਵਿੱਚ ਆਇਆ ਸੀ ਕਿ ਕਹਿੰਦੇ ਰਿਲਾਇੰਸ ਦਾ ਮਾਲ ਜਿਹੜਾ ਸੀ ਜਾਂ ਕਾਰਪੋਰੇਟ ਘਰਾਣਿਆਂ ਦਾ, ਉਹ ਨਹੀਂ ਆਉਣ ਦੇਣਾ, ਕੋਈ ਇਹੋ ਜਿਹੀ ਗੱਲ ਵੀ ਹੈ? ਨਹੀਂ, ਉਹ ਹੈ ਦੂਜੇ ਪ੍ਰਸੰਗ 'ਚ, ਉਹ ਹੈ ਰਿਲਾਇੰਸ ਤੇ ਅਡਾਨੀ ਤੇ ਅੰਬਾਨੀ। ਅਡਾਨੀ ਤੇ ਅੰਬਾਨੀ 2 ਸਿੰਬਲ ਨੇ, 2 ਆਈਕਨ ਨੇ, ਜਿਨ੍ਹਾਂ ਨੂੰ ਅਸੀਂ ਗੁਜਰਾਤੀ ਤੇ ਪ੍ਰਧਾਨ ਮੰਤਰੀ ਤੇ ਅਮਿਤ ਸ਼ਾਹ ਦੇ ਖਾਸ ਬੰਦੇ ਸਮਝਦੇ ਹਾਂ, BJP ਦੇ ਵੀ ਖਾਸ ਉਹ ਨੇ। ਉਹਦੇ 'ਚ ਅਸੀਂ ਉਹਨਾਂ ਨੂੰ ਇਹ ਕਿਹਾ ਕਿ ਅਡਾਨੀ ਦਾ ਇੱਕ ਬਹੁਤ ਵੱਡਾ ਗਡਾਊਨ ਹੈ ਇੱਥੇ, ਉਹ ਗਡਾਊਨ ਦੇ ਵਿੱਚ ਬਹੁਤ ਵੱਡੇ ਪੱਧਰ 'ਤੇ ਕਣਕ ਪਈ ਹੈ, ਜਾਣੀ ਉਹ ਸਿੱਧੀਆਂ ਟਰਾਲੀਆਂ ਵੜਦੀਆਂ ਨੇ, ਸਿੱਧੀਆਂ ਬਾਹਰ ਨਿਕਲਦੀਆਂ ਨੇ।
ਉਹ ਬੇਸ਼ੱਕ ਕਿਰਾਏ ਤੇ ਦਿੱਤਾ ਹੋਇਆ FCI ਨੂੰ। FCI ਵੀ ਸੈਂਟਰ ਗਵਰਨਮੈਂਟ ਦੀ ਏਜੰਸੀ ਹੈ। ਸੋ ਅਸੀਂ ਇੱਕ ਤਾਂ ਐਲਾਨ ਇਹ ਕੀਤਾ ਕਿ ਉਸ ਗਡਾਊਨ ਦੀ ਜਿਹੜੀ ਲਾਈਨ ਨਿਕਲਦੀ ਆ ਉਹ ਲਾਈਨ 'ਚੋਂ ਅਸੀਂ ਟਰਾਲੀਆਂ ਬਾਹਰ ਬਲਕਿ ਗੱਡੀ ਲੋਡ ਹੋ ਕੇ ਬਾਹਰ ਨਹੀਂ ਜਾਣ ਦੇਵਾਂਗੇ ਕਣਕ ਦੀ। ਇੱਕ ਦੂਸਰਾ ਇਹ ਹੈ ਕਿ ਅਸੀਂ ਇਹਦੇ ਨਾਲ ਜੁੜੇ ਹੋਏ ਜੋ ਵੀ ਉਹਨਾਂ ਦੇ ਸ਼ਾਪਿੰਗ ਮਾਲਸ ਦੇ ਅੰਦਰ ਐਕਸਕਲੂਸਿਵ ਸ਼ੋਰੂਮ ਨੇ, ਐਕਸਕਲੂਸਿਵ ਨੇ ਰਿਲਾਇੰਸ ਦੇ ਆਊਟਲੈਟ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ, ਜੇ ਕਿਸੇ ਨੂੰ ਉਹਨਾਂ ਨੇ ਦਿੱਤਾ ਹੋਇਆ ਵੈਸੇ ਦਿੱਤਾ ਹੋਇਆ ਕਿਸੇ ਬੰਦੇ ਨੇ ਰਿਲਾਇੰਸ ਦਾ ਲਿਆ ਹੋਇਆ, ਜਿਵੇਂ ਰਿਲਾਇੰਸ ਪੰਪ ਵਾਲੀ ਗੱਲ ਹੈ, ਡੀਲਰਸ਼ਿਪ ਹੈ, ਉਹਨਾਂ ਨੂੰ ਨਹੀਂ। ਲੇਕਿਨ ਜਿਹੜੇ ਉਹਨਾਂ ਦੇ ਆਪਣੇ ਆਊਟਲੈਟਸ ਨੇ ਕਿਸੇ ਸ਼ਾਪਿੰਗ ਮਾਲ 'ਚ ਨੇ, ਜਾਂ ਜਿਵੇਂ ਮੰਨ ਲਓ ਉਹਨਾਂ ਦੇ ਜੀਓ ਸਿਮ ਨੇ, ਜਾਂ ਉਹਨਾਂ ਦੇ ਪੈਟਰੋਲ ਪੰਪ ਨੇ ਆਪਣੇ ਕੰਪਨੀ ਦੇ ਨੇ, ਜਾਂ ਰਿਲਾਇੰਸ ਨਾਲ ਜੁੜਾ ਰਿਲਾਇੰਸ ਫਰੈਸ਼ ਹੈ, ਜਿਹੜੇ ਵੀ ਉਹਨਾਂ ਦੇ ਮਤਲਬ ਕਿ ਐਕਸਕਲੂਸਿਵਲੀ ਅੰਬਾਨੀ ਘਰਾਣੇ ਦੇ ਨੇ, ਇਹ ਹਾਲ ਦੀ ਘੜੀ ਸਾਡੇ ਟਾਰਗੇਟ ਨੇ। ਅਡਾਨੀ ਦਾ ਜਿਹੜਾ ਉਹ ਟਾਰਗੇਟ 'ਤੇ ਹੈ। ਇਸ ਲਈ ਅਸੀਂ ਤੀਸਰਾ ਇੰਪੋਰਟੈਂਟ ਪੁਆਇੰਟ ਹੈ ਕਿ ਬੀਜੇਪੀ ਦੇ ਜਿਹੜੇ ਅਧਿਕਾਰੀ ਨੇ, ਬੀਜੇਪੀ ਦੇ ਜਿਹੜੇ ਨੁਮਾਇੰਦੇ ਨੇ, ਉਹ ਸਾਡੇ ਇੱਕ ਉਹਦੇ 'ਤੇ ਨੇ। ਬਲਕਿ ਉਹਨਾਂ ਨੂੰ ਅਸੀਂ ਘਿਰਾਓ ਕਰਨਾ, ਧਰਨੇ ਲਾਉਣੇ, ਪਰੇਸ਼ਾਨ ਨਾ ਕਹੋ, ਉਹਨਾਂ ਖਿਲਾਫ ਅਸੀਂ ਗੁੱਸਾ ਜ਼ਾਹਰ ਕਰਨਾ ਵੀ ਤੁਸੀਂ ਅਸਲ 'ਚ ਕਿਉਂ ਨਹੀਂ ਆਵਾਜ਼, ਕਿਉਂਕਿ ਉਹ ਪੰਜਾਬ ਦਾ ਸਾਡਾ ਪੈਦਾ ਕੀਤਾ ਹੋਇਆ ਉਹਨਾਂ ਨੇ ਅਨਾਜ ਖਾਧਾ ਹੈ, ਪੰਜਾਬ ਦੀ ਧਰਤੀ ਦਾ ਪਾਣੀ ਪੀਤਾ ਹੈ, ਇੱਥੇ ਦੀ ਆਬੋ ਹਵਾ 'ਚ ਪਲੇ ਨੇ, ਇੱਥੇ ਦੇ ਲੋਕਾਂ ਦੀਆਂ ਵੋਟਾਂ ਨਾਲ ਬਣੇ ਨੇ। ਅਗਰ ਇੱਥੋਂ ਦੇ ਲੋਕ ਇਸ ਕਿਸਮ ਦੇ ਜੋ ਸੰਘਰਸ਼ ਤੇ ਜੁਝਾਰੂ ਸੰਘਰਸ਼ ਨੇ, ਤਾਂ ਉਹਨਾਂ MLA ਨੂੰ ਚਾਹੇ ਦੋ ਹੀ ਨੇ, ਉਹਨਾਂ MPਆਂ ਨੂੰ ਚਾਹੇ ਥੋੜ੍ਹੇ ਹੀ ਨੇ, ਉਹਨਾਂ ਨੂੰ ਪੰਜਾਬ ਦੇ ਲੋਕਾਂ ਦੇ, ਪੰਜਾਬ ਦੇ ਕਿਸਾਨਾਂ ਦੇ ਹੱਕ 'ਚ ਖੜਨਾ ਚਾਹੀਦਾ। ਅਖੀਰ 'ਚ ਦੱਸ ਦਿਓ ਕਿ ਦਿੱਲੀ ਕੂਚ ਕਦੋਂ ਕਰ ਰਹੇ ਹੋ? ਦਿੱਲੀ ਦੇ ਵਿੱਚ ਵੀ ਤੁਹਾਡੀ ਕੋਈ ਮੀਟਿੰਗ ਹੈ ਉਹਦੇ ਵਿੱਚ, ਜਾਂ ਦਿੱਲੀ ਵੱਲੋਂ ਕੋਈ ਦੁਆਰਾ ਕੋਈ ਇਹੋ ਜਿਹਾ ਫੋਨ ਆਇਆ ਜਾਂ ਕੋਈ ਚਿੱਠੀ ਆਈ ਕਿ ਆ ਕੇ ਗੱਲਬਾਤ ਕਰੋ, ਹੁਣ ਮਸਲੇ ਨੂੰ ਸੁਲਝਾਈਏ? ਹਾਂ, ਦਿੱਲੀ ਵੱਲੋਂ ਕੋਈ ਮੈਸੇਜ ਨਹੀਂ ਹੈ। ਦੂਸਰੀ ਗੱਲ, ਦਿੱਲੀ 27 ਤਰੀਕ ਨੂੰ ਇਸ ਮਹੀਨੇ ਦੀ ਮੀਟਿੰਗ ਰੱਖੀ ਹੋਈ ਦੇਸ਼ ਦੀਆਂ ਸਾਰੀਆਂ ਜਥੇਬੰਦੀਆਂ ਦੀ, ਵੱਧ ਤੋਂ ਵੱਧ ਜਥੇਬੰਦੀਆਂ ਹੋ ਜਾਣਗੀਆਂ। ਜਿਹੜੀਆਂ ਪਹਿਲਾਂ 250 ਜਥੇਬੰਦੀਆਂ ਉਹਦੇ ਵੱਲੋਂ ਰੱਖੀ ਹੈ, ਬਾਕੀ ਜਥੇਬੰਦੀਆਂ ਨੂੰ ਸੱਦਾ ਦਿੱਤਾ ਜਾ ਰਿਹਾ। ਕੱਲ੍ਹ ਵੀ ਸੱਦਾ ਦਿੱਤਾ ਜਾ ਰਿਹਾ ਗਿਆ ਉੱਥੇ ਮੀਟਿੰਗ ਦੇ ਵਿੱਚ। ਅਤੇ ਇਹ ਅੱਗੇ ਜੋ ਇਹ 27 ਦੀ ਮੀਟਿੰਗ 'ਚ ਫਾਈਨਲ ਹੋਊਗਾ। ਲੇਕਿਨ ਉਸ ਤੋਂ ਪਹਿਲਾਂ ਸਾਡੀਆਂ ਜਥੇਬੰਦੀਆਂ ਨੇ ਤੈਅ ਕੀਤਾ ਕਿ ਦਿੱਲੀ ਮਾਰਚ, ਦਿੱਲੀ ਚਲੋ, ਦਿੱਲੀ ਘਿਰਾਓ, ਦਿੱਲੀ ਡੇਰੇ ਡਾਲੋ, ਇਸ ਬੈਨਰ ਦੇ ਨਾਂ ਥੱਲੇ, ਇਸ ਨਾਰੇ ਨਾਂ ਥੱਲੇ ਅਸੀਂ 26 ਤੇ 27 ਨਵੰਬਰ ਦਾ ਆਲਰੇਡੀ ਐਲਾਨ ਕੀਤਾ ਹੋਇਆ। ਲੇਕਿਨ ਬਹੁਤ ਲੋਕ ਇਹ ਆਵਾਜ਼ ਦੇ ਰਹੇ ਨੇ ਵੀ 26 ਤੇ 27 ਨਵੰਬਰ ਹੀ ਕਿਉਂ? ਉੱਥੇ ਬੈਠੋ ਜਾ ਕੇ ਰਾਮਲੀਲਾ ਗਰਾਊਂਡ 'ਚ, 5000 ਬੰਦਾ ਆ ਜਾ ਕਰੇ, 15000 ਵਾਪਸ ਚਲੇ ਜਾਏ, ਮਤਲਬ ਕਿ ਇਸ ਕਿਸਮ ਦੇ ਵਾਪਸ ਆ ਜਾ ਕਰੇ, ਵਾਪਸ 7000 ਫਿਰ ਜਾਇਆ ਕਰੇ। ਕਿਸਾਨਾਂ ਦਾ ਇੱਕ ਮਤਲਬ ਕਿ ਜਿਹੜਾ ਆਉਣਾ ਜਾਣਾ ਹੈ ਉਹ ਦਿੱਲੀ ਦੇ ਵਿੱਚ ਕਾਇਮ ਰਵੇ। ਉੱਥੇ ਲੰਗਰ ਲੱਗ ਜਾਣ, ਉੱਥੇ ਮੁਜ਼ਾਹਰੇ ਹੋਣ, ਉੱਥੇ ਰੈਲੀਆਂ ਹੋਣ, ਉੱਥੇ ਕਿਸਾਨਾਂ ਦੇ ਭਾਸ਼ਣ ਹੋਣ। ਇਹ ਮਤਲਬ ਕਿ ਕਿਸਾਨ ਜਥੇਬੰਦੀਆਂ ਪੂਰੇ ਦੇਸ਼ ਦੀਆਂ ਮਿਲ ਕੇ ਸਗੋਂ ਉੱਥੇ ਇੱਕ ਤਰ੍ਹਾਂ ਦਾ ਕਿਸਾਨਾਂ ਦਾ ਸਤਸੰਗ ਲੰਘ ਜੇ, ਜਿਹੜਾ ਦਿੱਲੀ ਨੂੰ ਵਿਚੈਨ ਪੂਰੀਆਂ ਰੌਣਕਾਂ ਕਰਕੇ ਦਿੱਲੀ ਨੂੰ ਮਜਬੂਰ ਕਰੇ ਕਿ ਅਸੀਂ ਆਏ ਸੀ ਆ ਤੁਹਾਡੇ ਤੋਂ ਬਿੱਲ ਕੈਂਸਲ, ਅਸੀਂ ਰਿਪੀਲ ਕਰਾ ਕੇ ਖਤਮ ਕਰਾ ਕੇ ਜਾਵਾਂਗੇ, ਉਸ ਤੋਂ ਪਹਿਲਾਂ ਅਸੀਂ ਨਹੀਂ ਉੱਠਦੇ। ਉਸ ਤਰ੍ਹਾਂ ਦਾ ਵਿਚਾਰ ਹੋ ਰਿਹਾ। ਸੋ ਸਾਡੇ ਨਾਲ ਮੌਜੂਦ ਸਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਪ੍ਰਧਾਨ, ਸੂਬਾ ਪ੍ਰਧਾਨ ਡਾਕਟਰ ਦਰਸ਼ਨਪਾਲ, ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਦੇ ਬਿੱਲ ਜਿਹੜੇ ਪੰਜਾਬ ਸਰਕਾਰ ਦੇ ਲਿਆਂਦੇ ਨੇ ਉਹਦੇ ਵਿੱਚ ਕਿਸ ਤਰ੍ਹਾਂ ਦੀ ਸੋਧ ਦੀ ਲੋੜ ਹੈ, ਕਿਸ ਤਰ੍ਹਾਂ ਦੇ ਵਿਚਾਰ ਜਿਹੜੀਆਂ ਕਿਸਾਨ ਜਥੇਬੰਦੀ ਕਰ ਰਹੀਆਂ ਨੇ, ਦਿੱਲੀ ਦੇ ਵਿੱਚ ਕਿਸ ਤਰ੍ਹਾਂ ਦੀ ਰਣਨੀਤੀ ਉਲੀਕੀ ਜਾਏਗੀ, ਉਹ ਸਭ ਦੇ ਉੱਤੇ ਵੀ ਉਹਨਾਂ ਨੇ ਬੜੇ ਖੁੱਲ੍ਹ ਕੇ ਵਿਚਾਰ ਰੱਖੇ। ਤੁਹਾਨੂੰ ਵਿਚਾਰ ਕਿਸ ਤਰ੍ਹਾਂ ਦੇ ਲੱਗੇ, ਕਮੈਂਟ ਕਰਕੇ ਜ਼ਰੂਰ ਦੱਸਿਓ। ਲੋਕ ਰਾਜ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।